ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਹਾਜ਼ਰਾ ਲੈ ਕੇ ਅੱਜ ਦਾ ਮੁੱਦਾ ਲਾਈ ਮੇਰੇ ਨਾਲ ਜੁੜ ਚੁੱਕੇ ਨੇ ਕਮਰ ਮੰਜ਼ਲ ਜੀ ਤੇ ਨਾਲ ਰਜਿੰਦਰ ਮਹਿੰਦਰੋ ਜੀ। ਦੋਨਾਂ ਦਾ ਹਾਰਦਿਕ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਮੰਜ਼ਲ ਸਾਹਿਬ, ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ? ਖਾਸ ਤੌਰ ਤੇ ਪੰਜਾਬ ਦੀ ਕਿਸਾਨੀ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਦੇਖੀਏ ਤੇ ਹਰ ਇੱਕ ਵਿਅਕਤੀ ਦਾ, ਸਰਕਾਰਾਂ ਦਾ ਵੀ ਔਰ ਸਾਡਾ ਜਨਤਾ ਦਾ ਵੀ, ਕਿਸਾਨ ਨੂੰ ਜਿੰਨੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ ਖੇਤਾਂ ਦੇ ਵਿੱਚ, ਹਰ ਤਰ੍ਹਾਂ ਦੇ ਹਾਲਾਤ ਵਿੱਚ, ਹਰ ਤਰ੍ਹਾਂ ਦੇ ਮੌਸਮ ਵਿੱਚ ਜੂਝਣਾ ਪੈਂਦਾ, ਔਰ ਉਹਦੇ ਮੱਦੇ ਨਜ਼ਰ ਜਿਹੜੀ ਉਹਦੀ ਮਾਰਕੀਟਿੰਗ ਹੈ, ਮਾਰਕੀਟਿੰਗ ਦੂਜਿਆਂ ਦੇ ਹਵਾਲੇ ਹੈ। ਉਹ ਤਰਸਯੋਗ ਹਾਲਤ ਜਿਹੜੀ ਦੇਖਦੇ ਹੋਏ ਸਾਡੀ ਜਿਹੜੀ ਇੱਕ ਭਾਵਨਾਵਾਂ ਕਿਸਾਨ ਦੇ ਨਾਲ ਜੁੜੀਆਂ ਹੋਈਆਂ, ਪਰ ਦੂਜੇ ਪਾਸੇ ਦੇਖਦੇ ਹਾਂ ਤੇ ਅੱਜ ਉਹ ਕਿਸਾਨ ਉਸ ਤਰ੍ਹਾਂ ਦਾ ਨਜ਼ਰ ਨਹੀਂ ਆ ਰਿਹਾ। ਜਦੋਂ ਕਿਸਾਨ ਦਾ ਤਸੱਵਰ ਕਰਦੇ ਹਾਂ, ਅਸੀਂ ਪਿਕਚਰ ਲਿਆਉਂਦੇ ਹਾਂ ਤੇ ਸਾਨੂੰ ਬਲਦਾਂ ਦੀ ਜੋੜੀ ਤੇ ਪਿੱਛੇ ਹਲ ਜਿਹੜਾ ਵਾਹ ਰਿਹਾ ਉਹ ਕਿਸਾਨ ਨਜ਼ਰ ਆਉਂਦਾ। ਪਰ ਅੱਜ ਖੇਤਾਂ 'ਚ ਜਾਈਏ, ਨਜ਼ਰ ਮਾਰੀਏ ਕਿਸਾਨ ਦੇ ਉੱਤੇ ਤੇ ਕਿਸਾਨ ਵੱਲ ਦੇਖ ਕੇ ਲੱਗਦਾ ਕਿ ਇਹ ਸ਼ਾਇਦ ਕਿਸੇ ਹੋਰ ਸੰਸਾਰ ਦਾ ਪ੍ਰਾਣੀ ਹੈ ਤੇ ਜਿਹੜਾ ਉੱਥੇ ਮਜ਼ਦੂਰ ਵਰਗ ਹੈ, ਕੰਮ ਕਰਦਾ, ਸਾਨੂੰ ਲੱਗਦਾ ਕਿ ਇਹੀ ਕਿਸਾਨ ਹੈ। ਜਿਹੜਾ ਕਿਸਾਨ ਆਪਣੇ ਨੂੰ, ਜਿਹੜਾ ਅੱਜ ਕੱਲ੍ਹ ਜ਼ਿਮੀਂਦਾਰ ਕਹਿਣਾ ਬਿਹਤਰ ਹੈ ਜ਼ਿਆਦਾ, ਜ਼ਮੀਨਦਾਰ ਜਿਹੜਾ ਵਿਅਕਤੀ ਆ ਉਹ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਉਹਦਾ ਸ਼ੌਕ ਜਿਹੜਾ ਉਹ ਮਹਿੰਗੀਆਂ ਕਾਰਾਂ ਲੈਣੀਆਂ, ਮਹਿੰਗੇ ਟਰੈਕਟਰ ਲੈਣੇ, ਲੈ ਕੇ ਟਰੈਕਟਰਾਂ ਉੱਤੇ ਡੀਜੇ ਵਜਾਉਣੇ ਤੇ ਫੈਸ਼ਨ ਪ੍ਰਸਤੀ ਕਰਨਾ, ਔਰ ਜ਼ਮੀਨ ਤੋਂ ਜਿਹੜੀ ਉਪਜ ਹੁੰਦੀ ਆ ਉਹਦੇ ਨਾਲ ਆਪਣੇ ਔਲਾਦ ਨੂੰ ਬਾਹਰ ਭੇਜਣਾ, ਜ਼ਮੀਨ ਨੂੰ ਵੇਚ ਕੇ ਵੀ ਬਾਹਰ ਭੇਜਣਾ। ਕੁਛ ਇਸ ਤਰ੍ਹਾਂ ਦੇ ਕਿਸਾਨ ਦਾ ਇੱਕ ਰੂਪ ਰੇਖਾ ਵੀ ਸਾਹਮਣੇ ਆ ਰਹੀ ਹੈ। ਪਰ ਨਾਲ ਦੇ ਨਾਲ ਤੀਜੇ ਪਾਸੇ ਗੱਲ ਕਰਦੇ ਆ ਇਹਨਾਂ ਦੇ ਜਿਹੜੇ ਵਿੱਚ ਵਿਚਾਲੇ ਦੀ ਗੱਲ, ਕਿ ਕਿਸਾਨ ਦਾ ਜਿਹੜਾ ਇਹ ਆਪ ਇਸ ਤਰ੍ਹਾਂ ਦਾ ਵਤੀਰਾ ਆ ਜਿਵੇਂ ਕਿਸਾਨੀ ਅੰਦੋਲਨ ਦੌਰਾਨ ਦੇਖਿਆ ਗਿਆ ਸੀ। ਕਿਸਾਨ ਯੂਨੀਅਨਾਂ ਦੀ ਗੱਲ ਕਰਾਂਗੇ ਤੇ ਕਿਸਾਨ ਯੂਨੀਅਨ ਦੀ ਗੱਲ ਸਮਝੀਏ, ਦੇਖੀਏ ਤਾਂ ਫਿਰ ਐਂ ਲੱਗਦਾ ਕਿ ਕਿਸਾਨ ਜਿਹੜਾ ਇਸ ਸੰਸਾਰ ਦਾ ਸਭ ਤੋਂ ਪੀੜਤ ਪ੍ਰਾਣੀ ਹੈ। ਇਸ ਸੰਸਾਰ ਦੇ ਵਿੱਚ ਜਿਵੇਂ ਕਿਸਾਨ ਨੂੰ ਹੀ ਕੁਝ ਨਹੀਂ ਮਿਲ ਰਿਹਾ ਹੁੰਦਾ, ਉਹਦੇ ਕੋਲ ਜਿਹੜੀਆਂ ਕਾਰਾਂ, ਕੋਠੀਆਂ ਨੇ, ਉਹਨਾਂ ਦੇ ਵਧੀਆ ਜੋ ਸਭ ਕੁਝ ਆਧੁਨਿਕ ਸਹੂਲਤਾਂ ਨੇ, ਜਿਵੇਂ ਉਹਨਾਂ ਦੀ ਤਾਂ ਕੋਈ ਗੱਲ ਜਿਹੜੀ ਆ ਜਿਹੜੀਆਂ ਯੂਨੀਅਨ ਹੈ ਉਹਨਾਂ ਨੂੰ ਤਾਂ ਨਹੀਂ, ਉਹਨਾਂ ਦੇ ਧਿਆਨ ਵਿੱਚ ਹੈ ਤੇ ਨਾ ਹੀ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੈ ਕਿਸਾਨ ਯੂਨੀਅਨਾਂ ਨੂੰ ਕਿ ਕਿਸਾਨ ਆਪਣੇ ਖੇਤਾਂ ਵਿੱਚ ਜਿਹੜੀ ਫਸਲ ਬੀਜਦਾ ਉਹ ਕਿਵੇਂ ਬੀਜਦਾ, ਜੇ ਉੱਥੇ ਕੋਈ ਸਮੱਸਿਆ ਹੈ ਤਾਂ ਦੂਰ ਕਰਵਾਉਣੀ ਤਾਂ ਕਿਵੇਂ ਕਰਵਾਉਣੀ। ਪਰ ਇਹ ਵੀ ਗੱਲ ਨਾਲ ਆ ਕਿ ਉਹ ਜੋ ਜ਼ਹਿਰ ਭਾਵੇਂ ਜਿਹੜਾ ਉਹ ਖੇਤਾਂ ਵਿੱਚ ਬੀਜਿਆ ਜਾ ਰਿਹਾ, ਉਹ ਜ਼ਹਿਰ ਜਿਹੜਾ ਮਨੁੱਖੀ ਸਿਹਤ ਵਾਸਤੇ ਘਾਤਕ ਆ, ਕਿਸਾਨ ਆਪਣੇ ਵਾਸਤੇ ਘਾਤਕ ਆ, ਉਹ ਪੂਰੇ ਵਾਤਾਵਰਨ ਵਾਸਤੇ ਘਾਤਕ ਆ। ਇਹ ਸਾਰਾ ਕੁਝ ਇੱਕ ਸਟੋਰੀ ਜਿਹੜੀ ਹੈ, ਇੱਕ ਅਖਬਾਰ ਹੈ, ਅੱਜ ਦੈਨਿਕ ਭਾਸਕਰ ਮੇਰੇ ਹੱਥਾਂ 'ਚ ਹੈ, ਉਹਨਾਂ ਸਪੈਸ਼ਲ ਇੱਕ ਸਟੋਰੀ ਦਿੱਤੀ ਹੈ ਕਿ ਪੰਜਾਬ ਵਿੱਚ ਹਰੀ ਮੂੰਗੀ, ਜਿਹਦੀ ਕਿ ਕਰੀਬ 39,000 ਹੈਕਟੇਅਰ ਵਿੱਚ ਮੂੰਗੀ ਉਗਾਈ ਜਾਂਦੀ ਹੈ ਪੰਜਾਬ ਦੇ ਵਿੱਚ, ਉਹਨੂੰ ਕਹਿੰਦੇ ਛੇਤੀ ਪਕਾਉਣ ਵਾਸਤੇ ਇੱਕ ਪੈਰਾਕਵਾਟ ਨਾਂ ਦਾ ਕੈਮੀਕਲ ਆਉਂਦਾ, ਜਿਹੜਾ ਆਉਂਦਾ ਤਾਂ ਇਸ ਕੰਮ ਲਈ ਹੈ ਕਿ ਜਿਹੜਾ ਘਾਹ ਹੋਵੇ, ਜਿਹੜਾ ਨਦੀਨ ਹੋਵੇ, ਜਿਹੜਾ ਨਹੀਂ ਸੁੱਕਦਾ ਹੋਵੇ, ਉਹ ਤੇ ਛਿੜਕਾ ਤੇ ਜਾਂਦੇ 24 ਘੰਟੇ ਦੇ ਵਿੱਚ ਉਹ ਜਿਹੜਾ ਘਾਹ ਜਿਹੜਾ, ਪਰ ਉਹ ਵਾਤਾਵਰਨ ਲਈ ਜਿਹੜਾ ਕੈਮੀਕਲ ਕਾਫੀ ਨੁਕਸਾਨਦਾਇਕ ਆ ਤੇ ਕਹਿੰਦੇ ਉਹ ਹਰੀ ਮੂੰਗੀ ਨੂੰ ਪਕਾਉਣ ਵਾਸਤੇ ਵੀ ਜਿਹੜਾ ਉਹਦਾ ਇਸਤੇਮਾਲ ਹੋ ਰਹੀ ਹੈ ਧੜੱਲੇ। ਇਹ ਗੱਲ ਛੋਟੀ ਨਹੀਂ ਹੈ, ਗੱਲ ਹੋਰ ਵੱਡੀ ਚੱਲ ਜਾਂਦੀ ਕਿ ਇਹ ਕੀਤਾ ਕਾਹਦੇ ਲਈ ਜਾਂਦਾ। ਇਸ ਲਈ ਨਹੀਂ ਕਿ ਇਹ ਮੂੰਗੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ, ਇਸ ਵਾਸਤੇ ਕੀਤਾ ਜਾਂਦਾ ਕਿ ਝੋਨੇ ਦੀ ਜਿਹੜੀ ਅਗੇਤੀ ਬਿਜਾਈ ਕਰਨੀ ਚਾਹੁੰਦਾ ਕਿਸਾਨ, ਇੱਕ ਦੂਜੇ ਤੋਂ ਪਹਿਲਾਂ ਜਿਹੜਾ ਝੋਨਾ ਲਾਣਾ ਚਾਹੁੰਦਾ ਤੇ ਉਹਦੇ ਵਾਸਤੇ ਜਿਹੜੀ ਮੂੰਗੀ ਉਹਨੂੰ ਛੇਤੀ ਪਕਾਉਣਾ ਚਾਹੁੰਦਾ ਤੇ ਉਹਨੂੰ ਕੈਮੀਕਲ ਉਹ ਛਿੜਕ ਦਿੱਤਾ ਜਾਂਦਾ ਜਿਹੜਾ 24 ਘੰਟੇ 'ਚ ਉਹਨੂੰ ਸੁਕਾ ਦਿੰਦਾ ਤੇ ਉਹ ਮੂੰਗੀ ਕੱਢ ਕੇ ਜਿਹੜਾ ਉਹ ਮੰਡੀ 'ਚ ਜਾ ਕੇ ਵੇਚ ਜਾਂਦਾ। ਪਰ ਇਹਦਾ ਜਿਹੜਾ ਦੂਜਾ ਪਾਸਾ ਆ, ਜਿਹੜਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ, ਆਪਾਂ ਅਕਸਰ ਕਹਿੰਦੇ ਕਿ ਪੰਜਾਬ ਦੀ ਸ਼ਾਇਦ ਸਭ ਤੋਂ ਵੱਡੀ ਸਮੱਸਿਆ ਨਸ਼ੇ ਨੇ, ਪਰ ਨਸ਼ਿਆਂ ਦੇ ਜਿਹੜੇ ਅਸਲੀ ਕਾਰਨ ਆ ਉਹ ਸ਼ਾਇਦ ਸਾਡੀਆਂ ਦਿਮਾਗੀ ਬਿਮਾਰੀਆਂ ਨੇ ਤੇ ਉਸ ਦੇ ਨਾਲ ਦੀ ਨਾਲ ਸਾਡੀ ਜਿਹੜੀ ਸਿਹਤ ਦੇ ਵਿੱਚ ਸਭ ਤੋਂ ਵੱਡਾ ਕੈਂਸਰ ਨਾਂ ਦੀ ਨਾਮਰਾਦ ਬਿਮਾਰੀ ਆ ਚੁੱਕੀ ਹੈ। ਉਹ ਸਾਡਾ ਸਭ ਤੋਂ ਵੱਡਾ ਖਤਰਾ ਹੈ ਸਾਡੇ ਲਈ। ਮਨੁੱਖੀ ਜੀਵਨ, ਕੈਂਸਰ ਜਿਹੜਾ ਆ ਉਹ ਔਰਤਾਂ ਨੂੰ ਵੀ ਹੋ ਜਾਂਦਾ, ਉਹ ਹਰ ਉਸ ਵਿਅਕਤੀ ਨੂੰ ਹੋ ਜਾਂਦਾ ਜਿਹੜਾ ਨਸ਼ਿਆਂ ਤੋਂ ਰਹਿਤ ਹੈ। ਕਾਰਨ ਇਹੀ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਕੈਮੀਕਲ ਦੇ ਨਾਲ ਇਹਦਾ ਜੁੜਿਆ ਹੋਇਆ। ਤੇ ਕਹਿੰਦੇ ਇਹ ਸਾਹਮਣੇ ਆਈ ਹੈ ਹੁਣ ਤੱਕ ਕਿ ਇਹ ਜਿਹੜਾ ਕੈਮੀਕਲ ਆ ਕੈਂਸਰ ਤੇ ਦਿਮਾਗੀ ਬਿਮਾਰੀਆਂ ਦਾ ਖਤਰਾ ਪੈਦਾ ਇਹਦੇ ਨਾਲ ਹੁੰਦਾ, ਪਰ ਇਹ 32 ਮੁਲਕਾਂ 'ਚ ਬੈਨ ਹੈ। ਤੇ ਦੂਜੇ ਪਾਸੇ ਸਾਡੇ ਪੰਜਾਬ ਦੇ ਵਿੱਚ, ਦੇਸ਼ ਵਿੱਚ, ਭਾਰਤ ਵਿੱਚ ਇਹ ਧੜੱਲੇ ਨਾਲ ਵਰਤੋਂ ਕੀਤਾ ਜਾ ਰਿਹਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ, ਉਹ ਵੀ ਇਹਦੇ ਉੱਤੇ ਚਿੰਤਾ ਜ਼ਰੂਰ ਪ੍ਰਗਟ ਕਰ ਚੁੱਕੇ ਆ ਤੇ ਹੁਣ ਜਦੋਂ ਗੱਲ ਚੱਲੀ ਹੈ ਤੇ ਫਿਰ ਹੁਣ ਸੰਬੰਧਿਤ ਮੰਤਰੀ ਆ, ਉਹ ਕਹਿੰਦੇ ਜਿਹੜਾ ਇਹ ਪੈਰਾਕਵਾਟ ਆ ਇਹਨੂੰ ਅਸੀਂ ਕਿਵੇਂ ਕੰਟਰੋਲ ਕਰਨਾ, ਇਹਦੇ ਉੱਤੇ ਅਸੀਂ ਹੁਣ ਕੋਸ਼ਿਸ਼ ਕਰਾਂਗੇ।
ਕਿਵੇਂ ਦੇਖਦੇ ਹੋ ਇਹ ਸਾਰੇ ਮਾਮਲੇ ਨੂੰ, ਕੰਵਰ ਮੰਜ਼ਲ ਜੀ? संधू साहब वो कहते बोया पेड़ बबूल का तो आम कहाँ से होए। एक चीज मैं बेनती करनी चाहूंगा किसान भरावां नूं, ये परमात्मा दी बनाई सृष्टि आ और वो किसान भरा भी इसे सृष्टि का हिस्सा ने। ते जे असीं जहर उपजांगे ते फिर जहर ही पैदा होएगा, ते जहर ही जदों साडीआं संतानां जां असीं लोग खावांगे ते फिर साडीआं मौतां पहिलां पुराने समय च असीं संधू साहब देखदे सां ते 100 सवा सौ साल 110 साल 20 साल उम्र हुंदी सीगी। ਅੱਜ ਦੀ ਤਰੀਕ ਦੇ ਵਿੱਚ 50 ਸਾਲ 45 ਸਾਲ ਦੇ ਲੋਕ ਹਾਰਟ ਅਟੈਕ ਨਾਲ ਮਰ ਰਹੇ ਨੇ। ਇਸ ਤਰ੍ਹਾਂ ਦੀਆਂ ਆਮ ਐਗਜ਼ਾਮਪਲਾਂ ਸਾਨੂੰ ਦੇਖਣ ਨੂੰ ਮਿਲ ਜਾਣਗੀਆਂ ਔਰ ਉਹਦਾ ਮੇਜਰ ਕਾਰਨ ਜਿਹੜਾ ਆ ਸਾਡੇ ਜਿਹੜਾ ਖਾਣ ਪਾਣ ਹੈ ਉਹਦੇ ਵਿੱਚ ਘੁਲਿਆ ਜ਼ਹਿਰ ਹੀ ਆ। ਔਰ ਮੈਂ ਵਾਕਈ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜਿਸ ਤਰ੍ਹਾਂ ਕਿਸਾਨੀ ਯੂਨੀਅਨ ਆ ਬਾਕੀ ਮਸਲਿਆਂ ਨੂੰ ਲੈ ਕੇ ਬੜਾ ਵੱਡਾ ਇਹ ਰੂਪਰੇਖਾ ਬਣਾਉਂਦੀਆਂ ਨੇ ਕਿ ਕਿਸਾਨ ਯੂਨੀਅਨਾਂ ਦਾ ਇਹ ਫਰਜ਼ ਨਹੀਂ ਬਣਦਾ ਕਿ ਜਿਹੜੇ ਉਹਨਾਂ ਦੇ ਸਾਥੀ ਜ਼ਹਿਰ ਬੀਜਣ ਦੇ ਨੇ ਜਾਂ ਜ਼ਹਿਰ ਪਰੋਸਣ ਦੇ ਨੇ ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਰੋਕਥਾਮ ਲਗਾਈ ਜਾਏ ਜਾਂ ਇਹਦੇ ਕੋਈ ਸਬਸਟੀਟਿਊਟ ਲੱਭੇ ਜਾਣ। ਬਟ ਉਹਨਾਂ ਦਾ ਇੰਨਾ ਕੰਮਾਂ ਵੱਲ ਧਿਆਨ ਨਹੀਂ ਕਿਉਂਕਿ ਇਹ ਸਾਰਾ ਕੁਝ ਰਾਜਨੀਤੀ ਨਾਲ ਪ੍ਰੇਰਿਤ ਕਨਸੈਪਟ ਆ ਤੇ ਉਹ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਇਹ ਸਾਰਾ ਕੰਮ ਕਰਦੇ ਆ। ਦੋ ਪਹਿਲੂ ਨੇ, ਇੱਕ ਬੰਨੇ ਕਿਸਾਨ ਨੂੰ ਵਿਚਾਰਾ ਤੇ ਉਸ ਰੂਪ ਚ ਦਿਖਾਇਆ ਜਾਂਦਾ ਤੇ ਦੂਸਰੇ ਬੰਨੇ ਉਹੀ ਕਿਸਾਨ ਜਿਵੇਂ ਆਪ ਜੀ ਗੱਲ ਕਰ ਰਹੇ ਸੀਗੇ ਕਿ 20-20 ਲੱਖ ਰੁਪਏ ਦੇ ਡੀਜੇ ਇੱਕ ਟਰੈਕਟਰ ਤੇ ਲਗਵਾ ਕਰਕੇ ਔਰ ਇਹ ਵਿਚਾਰਿਆਂ ਦੇ ਕੰਮ ਨਹੀਂ ਹੁੰਦੇ। ਦੋ ਚੀਜ਼ਾਂ ਕਲੀਅਰ ਕਰਨੀਆਂ ਬੜੀਆਂ ਜ਼ਰੂਰੀ ਨੇ। ਅਗਰ ਕਿਸਾਨ ਵਿਚਾਰਾ ਆ ਤੇ ਫਿਰ ਉਹ 20 ਲੱਖ ਰੁਪਏ ਦਾ ਡੀਜੇ ਟਰੈਕਟਰ ਤੇ ਨਹੀਂ ਲਗਵਾ ਸਕਦਾ ਤੇ ਜੇ ਕੋਈ ਲਗਵਾਉਂਦਾ ਤੇ ਫਿਰ ਉਹ ਵਿਚਾਰਾ ਨਹੀਂ। ਇਹ ਚੀਜ਼ਾਂ ਕਲੀਅਰ ਨੇ। ਬਟ ਜਿਹੜੀ ਇਨਸਾਨੀਅਤ ਨੂੰ ਲੈ ਕੇ ਜਿਹੜਾ ਇਹ ਖਿਲਵਾੜ ਹੋ ਰਿਹਾ ਵਾ ਇਹਦੇ ਤੇ ਸਰਕਾਰਾਂ ਨੂੰ ਵੀ ਜੇ 32 ਕੰਟਰੀਆਂ 'ਚ ਬੈਨ ਆ ਤੇ ਪੰਜਾਬ ਦੇ ਵਿੱਚ ਉਹ ਚੀਜ਼ਾਂ ਚੱਲ ਰਹੀਆਂ ਨੇ ਤੇ ਇਹ ਸਾਡੇ ਵਾਸਤੇ ਬੜੀ ਚਿੰਤਾ ਦਾ ਵਿਸ਼ੇ ਆ। ਬਾਕੀ ਰਹੀ ਜਿਹੜੀ ਗੱਲ ਕਿਸਾਨ ਵੱਲੋਂ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਵੀ ਇਸੇ ਹੀ ਸਿਸਟਮ ਦਾ ਹਿੱਸਾ ਹੋ। ਜੇ ਸਿਸਟਮ ਵਿਗੜੇਗਾ ਬਿਮਾਰੀਆਂ ਵਧਣਗੀਆਂ ਤੇ ਤੁਸੀਂ ਵੀ ਉਹਦੀ ਚਪੇਟ 'ਚ ਆਉਣਾ ਹੀ ਹੋਣਾ ਮੇਰੇ ਵੀਰੋ। ਤੇ ਬੇਨਤੀ ਆ ਉਸ ਰੱਬ ਦੇ ਘਰੋਂ ਸੱਚੇ ਰਹੀਏ। ਮੁੜ ਕੇ ਸਾਡੇ ਤੇ ਇਲਜ਼ਾਮ ਲੱਗਦਾ ਕਿ ਸਾਨੂੰ ਕੋਈ ਸੜਕਾਂ ਤੇ ਰੋਲਦੇ ਨੇ ਭੁੱਖੇ ਮਾਰਦੇ ਨੇ ਤੇ ਫਿਰ ਅਸੀਂ ਆਪਣੇ ਕਿਸਬ ਵੀ ਦੇਖ ਲਈਏ ਵੀ ਅਸੀਂ ਵੀ ਜ਼ਹਿਰ ਪਰੋਸ ਰਹੇ ਆ। ਮੈਨੂੰ ਇੱਕ ਸੱਜਣ ਨੇ ਇੱਕ ਗੱਲ ਕਹੀ ਸੰਧੂ ਸਾਹਿਬ, ਗੱਲ ਤੇ ਪਤਾ ਨਹੀਂ ਹੁਣ ਕਰਨ ਵਾਲੀ ਹੈ ਕਿ ਨਹੀਂ ਕਰਨ ਵਾਲੀ, ਪਰ ਮੈਂ ਤੁਹਾਨੂੰ ਉਹ ਮੈਨੂੰ ਉਸ ਸ਼ਖਸ ਨੇ ਇੰਨੀ ਗੱਲ ਕਹੀ, ਕਹਿੰਦਾ ਮੰਜ਼ਲ ਸਾਹਿਬ ਜਿਹੜੇ ਸਾਡੇ ਕਿਸਾਨ ਭਰਾ ਸੜਕਾਂ ਤੇ ਰੁਲਦੇ ਨੇ ਨਾ ਇਹਦਾ ਕਾਰਨ ਬੜਾ ਵੱਡਾ। ਉਹਨੇ ਆਪਣੇ ਨਜ਼ਰੀਏ ਨਾਲ ਇਹ ਗੱਲ ਕਹੀ, ਇਹ ਆ ਕਿ ਇਹ ਲੋਕ ਜਦੋਂ ਕਣਕ ਦੀ ਬਿਜਾਈ ਕਰਦੇ ਨੇ ਜਾਂ ਫਸਲਾਂ ਦੀ ਬਿਜਾਈ ਕਰਦੇ ਨੇ ਉਹਦੇ ਵਿੱਚ ਕੈਮੀਕਲ ਔਰ ਫਰਟੀਲਾਈਜ਼ਰ ਬੜਾ ਕੁਝ ਜਿਹੜਾ ਇਨਸਾਨੀਅਤ ਲਈ ਲਾਹੇਵੰਦ ਨਹੀਂ ਹੈਗਾ ਉਹ ਯੂਜ਼ ਕਰਦੇ ਨੇ। ਕਹਿੰਦਾ ਉਸ ਤੋਂ ਬਾਅਦ ਇਹ ਗੁਰੂ ਘਰਾਂ ਦੇ ਵਿੱਚ ਦਸਵੰਧ ਵੀ ਦਿੰਦੇ ਨੇ, ਕਹਿੰਦਾ ਵੀ ਪੱਕਾ। ਤੇ ਕਹਿੰਦਾ ਜਦੋਂ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਜ਼ਹਿਰ ਪਰੋਸ ਦਿੰਦੇ ਆ ਤੇ ਜਿਹੜੇ ਲੋਕਾਂ ਅਸੀਂ ਜਦੋਂ ਗੁਰੂ ਘਰ ਜਾ ਕੇ ਜ਼ਹਿਰ ਚੜਾ ਦਿੰਦੇ ਤੇ ਫਿਰ ਜੋ ਗੁਰੂ ਘਰ ਚੜਾਉਂਦੇ ਆ ਉਹ 10 ਗੁਣਾ ਹੋ ਕੇ ਮਿਲਦਾ। ਤੇ ਕਹਿੰਦਾ ਜਿਹੜੇ ਇਹ ਪੀੜਤ ਹੋ ਗਏ ਨੇ ਜਾਂ ਇਹ ਤਕਲੀਫਾਂ ਝੱਲ ਰਹੇ ਨੇ ਉਹਦਾ ਮੇਜਰ ਕਾਰਨ ਇਹੋ ਹੀ ਆ ਕਿਉਂਕਿ ਇਹ ਗੁਰੂ ਦੇ ਘਰ ਵੀ ਜ਼ਹਿਰ ਚੜਾ ਰਹੇ ਨੇ ਤੇ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ, ਨਾ ਕਿਸੇ ਸਰਕਾਰ ਦਾ, ਨਾ ਕਿਸਾਨ ਯੂਨੀਅਨ ਦਾ, ਨਾ ਹੀ ਸਾਡੇ ਕਿਸਾਨ ਭਰਾਵਾਂ ਦਾ। ਹਾਂ, ਕਿਸਾਨ ਭਰਾਵਾਂ ਦੀ ਤਰੱਕੀ ਬਹੁਤ ਜ਼ਰੂਰੀ ਆ ਕਿਉਂਕਿ ਉਹ ਸਾਡੀ ਰੀੜ੍ਹ ਦੀ ਹੱਡੀ ਨੇ। ਹਾਂ, ਬਟ ਇਹ ਤਰੀਕੇ ਜਾਇਜ਼ ਨਹੀਂ ਕਿ ਅਸੀਂ ਆਪਣੀ ਫਸਲ ਦੀ ਬੜੋਤਰੀ ਵਾਸਤੇ ਜਿਹੜਾ ਲੋਕਾਂ ਦੀ ਜਾਨ ਮਾਲ ਦੇ ਨਾਲ ਅਸੀਂ ਕੰਪਰੋਮਾਈਜ਼ ਕਰੀਏ। ਇਹ ਬੜੀ ਦੁਖਦਾਇਕ ਗੱਲ ਆ। ਇਹਦੇ ਉੱਤੇ ਸਰਕਾਰਾਂ ਨੂੰ ਵੱਡੇ ਕਦਮ ਚੁੱਕਣ ਦੀ ਜ਼ਰੂਰਤ ਹੈ। ਜੀ ਮਹਿੰਦਰੋ ਜੀ, ਇਸੇ ਕੈਮੀਕਲ ਦੇ ਨਾਲ ਸੰਬੰਧਿਤ PAU ਦੇ ਹੈਗੇ ਨੇ ਪ੍ਰੋਫੈਸਰ ਡਾਕਟਰ ਮੱਖਣ ਸਿੰਘ ਭੁੱਲਰ, ਉਹਨਾਂ ਨੂੰ ਪੁੱਛਿਆ ਤਾਂ ਉਹ ਦੱਸਦੇ ਨੇ ਕਿ ਪੈਰਾਕਵਾਰਡ ਕੈਮੀਕਲ ਜਿਹੜੇ ਆ ਨਾ ਮੂੰਗ ਪਕਾਉਣ ਵਾਸਤੇ ਉਹਦੀ PAU ਵੱਲੋਂ ਕੋਈ ਸਿਫਾਰਿਸ਼ ਨਹੀਂ ਹੈ। ਇਸ ਦਵਾ ਦਾ ਅਸਰ ਕਹਿੰਦਾ ਬਹੁਤ ਲੰਬੇ ਸਮੇਂ ਤੱਕ ਰਹਿੰਦਾ ਆ ਤੇ ਕਈ ਸਾਲ ਪਹਿਲਾਂ PAU ਨੇ ਇਹਦੀ ਸਿਫਾਰਿਸ਼ ਕੀਤੀ ਸੀ ਸਮਰ ਮੂੰਗੀ ਪਕਾਉਣ ਵਾਸਤੇ, ਪਰ ਲੈਵਲ ਕਲੇਮ ਨਾ ਹੋਣ ਕਾਰਨ ਇਹਨੂੰ ਬਾਅਦ ਚ ਸੂਚੀ ਤੋਂ ਹਟਾ ਦਿੱਤਾ ਗਿਆ ਸੀ। ਇਹਨੂੰ ਨਦੀਨ ਨਾਸ਼ਕ ਦੇ ਵਜੋਂ ਇਸਤੇਮਾਲ ਕੀਤਾ ਜਾਂਦਾ ਆ ਤੇ ਮੂੰਗੀ ਦੀ ਫਸਲ ਨੂੰ ਪਕਾਉਣ ਲਈ ਇਸਤੇਮਾਲ ਕਰਨਾ ਇਹਦਾ ਗਲਤ ਹੈ। ਤੇ ਫਿਰ ਗੱਲ ਕਰੀਏ ਕੁਲਤਾਰ ਸਿੰਘ ਸੰਧਵਾਂ ਦੀ, ਉਹ ਕਹਿੰਦੇ ਨੇ ਕਿ ਸਮਾਂ ਬਚਾਉਣ ਵਾਸਤੇ ਜੋ ਗਲਤ ਕਦਮ ਚੁੱਕਿਆ ਜਾ ਰਿਹਾ ਇਹ ਬਿਲਕੁਲ ਗਲਤ ਗੱਲ ਹੈ, ਇਹ ਨਹੀਂ ਚੁੱਕਿਆ ਜਾਣਾ ਚਾਹੀਦਾ। ਇਹ ਨਹੀਂ ਹੈ ਕਿ ਅਸੀਂ ਅਗਲੀ ਫਸਲ ਬੀਜਣ ਵਾਸਤੇ 2-4 ਦਿਨ ਦਾ ਜਾਂ ਹਫ਼ਤੇ ਦਾ ਸਮਾਂ ਜਿਹੜਾ ਬਚਾਉਣ ਵਾਸਤੇ ਅਸੀਂ ਇਹ ਕਹੀਏ ਅਸੀਂ ਘਾਤਕ ਕੈਮੀਕਲ ਇਹਦੇ ਉੱਤੇ ਛਿੜਕ ਦੇਣਾ, ਉਹ ਕਿਤੇ ਨਾ ਕਿਤੇ ਮਨੁੱਖੀ ਸਿਹਤ ਵਿੱਚ ਜਾਂਦਾ ਤੇ ਫਿਰ ਜਿਹੜੀ ਏਦਾਂ ਦੀ ਜ਼ਹਿਰਾਂ ਮੁਕਤ ਚੀਜ਼ ਵਾਲੀ ਚੀਜ਼ ਹੋਗੀ, ਯੁਕਤ ਚੀਜ਼ ਹੋਏਗੀ, ਉਹਦੀ ਫਿਰ ਬਾਜ਼ਾਰ ਦੇ ਵਿੱਚ ਕੀਮਤ ਦਾ ਜਿਹੜਾ ਸੰਘਰਸ਼ ਆ। ਦੂਜੇ ਪਾਸੇ ਤਰਾਸਦੀ ਇਹ ਵੀ ਆ ਉਹ ਸੰਘਰਸ਼ ਵੀ ਨਾਲ ਦੀ ਨਾਲ ਚੱਲੀ ਜਾਂਦਾ ਕਿ ਸਾਨੂੰ ਸਾਡੀ ਫਸਲ ਦਾ ਜਿਹੜਾ ਢੁਕਵਾਂ ਮੁੱਲ ਨਹੀਂ ਮਿਲਦਾ। ਕਿਸਾਨ ਜਿਹੜਾ ਉਹ ਇਹ ਨਹੀਂ, ਕਿਸਾਨ ਜਥੇਬੰਦੀਆਂ ਕਦੀ ਇਹ ਗੱਲ ਕਰਦੀਆਂ ਨਜ਼ਰ ਨਹੀਂ ਆਈਆਂ
ਕਿ ਭਾਈ ਆਪਣੇ ਖੇਤਾਂ ਦੇ ਵਿੱਚ ਤੁਸੀਂ ਜਿਹੜੇ ਕੈਮੀਕਲ ਨਾ ਬੀਜੋ, ਇਹ ਮਨੁੱਖੀ ਸਿਹਤ ਲਈ ਘਾਤਕ ਨੇ, ਸਾਡੇ ਲਈ ਘਾਤਕ ਨੇ, ਸਰਕਾਰਾਂ ਨੂੰ ਇਹਨਾਂ ਤੇ ਬੈਨ ਲਾਉਣਾ ਚਾਹੀਦਾ। ਸਰਕਾਰ ਇਹਨਾਂ ਤੇ ਕਿਉਂ ਨਹੀਂ ਰੁਕਾਵਟ ਲਾਉਂਦੀ? ਏਦਾਂ ਦਾ ਸੰਘਰਸ਼ ਜਿਹੜਾ ਕਿਸਾਨ ਆਗੂ ਕਦੇ ਕਰਦੇ ਨਜ਼ਰ ਨਹੀਂ ਆਉਂਦੇ। ਕੀ ਲੱਗਦਾ ਕਿੱਧਰ ਨੂੰ ਗੱਲ ਜਾਏਗੀ? ਕੌਣ ਕਰੇਗਾ ਸ਼ੁਰੂਆਤ, ਜਾਂ ਐਵੇਂ ਚੱਲੀ ਜਾਊ, ਅੰਨੀ ਪੀਊਗੀ ਤੇ ਕੁੱਤਾ ਚੱਟੀ ਜਾਊ? ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਇਸ ਗੱਲ ਦੀ ਹੁਣ ਸ਼ੁਰੂਆਤ ਹੋ ਗਈ ਹੈ, ਕਿਉਂਕਿ ਅਗਰ ਅੱਜ ਗੱਲ ਬਾਹਰ ਆਈ ਹੈ ਤੇ ਇਸ ਦਾ ਮਤਲਬ ਇਸ ਦੀ ਸ਼ੁਰੂਆਤ ਹੋ ਗਈ ਹੈ। ਔਰ ਕਿਸਾਨ ਵੀਰਾਂ ਨੂੰ ਇਸ ਗੱਲ ਦਾ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਕਿ ਅੱਜ ਕਿਸਾਨ ਨੂੰ ਕਈ ਜਗ੍ਹਾ ਦੇ ਉੱਤੇ ਅੰਨਦਾਤਾ ਦੇ ਸ਼ਬਦ ਦੇ ਨਾਲ ਨਵਾਜਿਆ ਜਾਂਦਾ ਹੈ, ਤੇ ਦਾਤਾ ਜਿਹੜਾ ਵੀ ਹੁੰਦਾ ਹੈ ਉਹ ਦਾਤਾ ਕਦੇ ਵੀ ਕਿਸੇ ਨੂੰ ਕੋਈ ਬੁਰਾਈ ਨਹੀਂ ਪਰੋਸਦਾ, ਔਰ ਉਹ ਦਾਤਾ ਕਿਸੇ ਨੂੰ ਜ਼ਿੰਦਗੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ, ਦੇਣ ਵਾਲੇ ਨੂੰ ਦਾਤਾ ਕਿਹਾ ਜਾਂਦਾ ਹੈ, ਸਾਡੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ। ਸੋ ਕਿਸਾਨ ਵੀਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਅਗਰ ਖੇਤੀ ਮਹਿੰਗੀ ਪੈਂਦੀ ਹੈ ਤਾਂ ਉਹ ਕਿਸੇ ਕਾਰਨ ਸਮਾਂ ਬਚਾਉਣ ਦੇ ਲਈ ਜਾਂ ਅਗਲੀ ਖੇਤੀ ਬੀਜਣ ਦੇ ਲਈ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਰਸਤਾ ਅਪਣਾਉਂਦੇ ਨੇ ਕਿ ਜਿਹੜੀਆਂ ਜ਼ਹਿਰੀਲੀਆਂ ਦਵਾਵਾਂ, ਕੀਟਨਾਸ਼ਕ, ਉਹ ਚੀਜ਼ਾਂ ਜਿਹੜੀਆਂ ਘਾਹ ਸੁਕਾਉਣ ਦੇ ਲਈ ਜਾਂ ਖਰਪਤਵਾਰ ਜਿਹੜੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਖੇਤਾਂ ਦੇ ਵਿੱਚੋਂ ਖਤਮ ਕਰਨ ਦੇ ਲਈ ਪਾਇਆ ਜਾਂਦਾ ਹੈ, ਉਹਨਾਂ ਨੂੰ ਖਾਣ ਵਾਲੀਆਂ ਜਿਹੜੀਆਂ ਅਨਾਜ ਹੈ ਉਹਨਾਂ ਦੇ ਉੱਤੇ ਨਾ ਪਾਇਆ ਜਾਵੇ। ਕਿਉਂਕਿ ਇਹਨਾਂ ਨੂੰ, ਜਿਸ ਤਰ੍ਹਾਂ ਮਜਲ ਸਾਹਿਬ ਗੱਲ ਕਰ ਰਹੇ ਸੀ ਕਿ ਪਹਿਲਾਂ 100 ਸਾਲ ਤੱਕ ਆਮ ਜ਼ਿੰਦਗੀ ਆਮ ਜਿਉਂਦੀ ਸੀ, ਅੱਜ ਉਹ 50-60 ਸਾਲ ਵੀ ਅਗਰ ਕੋਈ ਟੱਪ ਜਾਂਦਾ ਤਾਂ ਉਹਨੂੰ ਬੜੀ ਹੈਰਾਨੀ ਨਾਲ ਦੇਖਿਆ ਜਾਂਦਾ ਹੈ ਵੀ ਇਹ ਬੰਦਾ 60 ਸਾਲ ਤੋਂ ਉੱਪਰ ਟੱਪ ਗਿਆ, ਜਾਂ ਜੇ ਕੋਈ 80-85 ਤੇ ਪਹੁੰਚ ਜਾਂਦਾ ਤਾਂ ਉਹ ਏਦਾਂ ਹੋ ਜਾਂਦਾ ਜਿੱਦਾਂ ਪਿੰਡ ਛੱਡ ਦੇ ਵਿੱਚ ਤਜਰਬਾ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ 80-85 ਸਾਲ ਦਾ ਬੰਦਾ ਵੀ ਜਿਉਂਦਾ ਹੈ। ਸੋ ਇਹ ਚੀਜ਼ਾਂ ਤੇ ਕਿਉਂ ਹੋ ਰਹੀਆਂ? ਕਿਉਂਕਿ ਜ਼ਹਿਰ ਜਿਹੜੀ ਹੈ ਉਹ ਖੇਤਾਂ ਦੇ ਵਿੱਚੋਂ ਆ ਰਹੀ ਹੈ, ਉਹੀ ਜ਼ਹਿਰ ਪਸ਼ੂ ਪੀ ਰਹੇ ਆ, ਖਾ ਰਹੇ ਆ, ਫਿਰ ਪਸ਼ੂਆਂ ਦੇ ਦੁੱਧ ਦੇ ਵਿੱਚ ਵੀ ਉਹੀ ਚੀਜ਼ ਆ ਰਹੀ ਆ। ਸੋ ਫਿਰ ਖਾਣ ਪੀਣ ਨੂੰ ਤਾਂ ਰਹਿ ਹੀ ਗਿਆ ਜੋ ਖੇਤਾਂ ਚੋਂ ਆ ਰਿਹਾ, ਔਰ ਜੋ ਸਾਡੇ ਪਸ਼ੂਆਂ ਦੇ ਵਿੱਚੋਂ ਦੁੱਧ ਆ ਰਿਹਾ, ਘਿਓ ਆ ਰਿਹਾ, ਸਭ ਚੀਜ਼ਾਂ ਦੇ ਵਿੱਚ ਜ਼ਹਿਰ ਆ ਰਿਹਾ। ਉਹ ਜ਼ਹਿਰ ਜਿਹੜਾ ਹੈ ਕੈਮੀਕਲ ਬੇਸਡ, ਉਹ ਸਰੀਰਾਂ ਦੇ ਵਿੱਚ ਜਾ ਕੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਹੀ ਕਾਰਨ ਹੈ ਕਿ ਅੱਜ ਉਹ ਰੋਗ ਉਪਜ ਗਏ ਜਿਹੜੇ ਰੋਗ ਪਹਿਲਾਂ ਕਦੇ ਸੁਣਨ ਨੂੰ ਨਹੀਂ ਸੀ ਮਿਲਦੇ। ਸੋ ਇਸ ਕਰਕੇ ਕਿਸਾਨ ਵੀਰਾਂ ਨੂੰ, ਕਿਸਾਨ ਯੂਨੀਅਨਾਂ ਨੂੰ, ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲੋਕਾਂ ਨੂੰ ਜ਼ਿੰਦਗੀ ਬਖਸ਼ੋ, ਲੋਕਾਂ ਨੂੰ ਵਧੀਆ ਜ਼ਿੰਦਗੀ ਦੇਣ ਲਈ ਵਧੀਆ ਅਨਾਜ ਤਿਆਰ ਕਰੋ। ਆਪਣੇ ਲਾਲਚ ਦੇ ਲਈ ਇਸ ਨੂੰ ਘੱਟੋ ਘੱਟ ਮਾੜੀਆਂ ਚੀਜ਼ਾਂ ਨਾ ਦਿਓ ਔਰ ਆਪਣੀ ਫਸਲਾਂ ਵਧੀਆ ਮੁੱਲ ਲਓ। ਤੇ ਇਸ ਕਰਕੇ ਕਿਸਾਨ ਵੀਰਾਂ ਨੂੰ ਤੇ ਯੂਨੀਅਨਾਂ ਨੂੰ ਤੇ ਸਰਕਾਰਾਂ ਨੂੰ ਇਹ ਬੇਨਤੀ ਹੈ ਕਿ ਇਸ ਦੇ ਉੱਤੇ ਜ਼ਰੂਰ ਧਿਆਨ ਦਿਓ, ਕਿਉਂਕਿ ਜਿਹੜੀ ਚੀਜ਼ ਤੁਸੀਂ ਤਿਆਰ ਕਰ ਰਹੇ ਹੋ ਅਗਰ ਉਸ ਨੂੰ ਤੁਸੀਂ ਵਧੀਆ ਨਹੀਂ ਦਿਓਗੇ ਕੁਆਲਿਟੀ, ਤੇ ਜਿਹੜੀਆਂ ਚੀਜ਼ਾਂ ਦੂਸਰੇ ਲੋਕ ਤਿਆਰ ਕਰਨਗੇ ਉਹਨਾਂ ਨੇ ਵੀ ਉਸ ਤਰ੍ਹਾਂ ਦੀਆਂ ਲਾਲਚ ਦੇ ਨੇ ਆ ਕੇ ਘੱਟ ਕੁਆਲਿਟੀ ਵਾਲੀਆਂ ਜਾਂ ਜ਼ਹਿਰ ਮੁਕਤ ਚੀਜ਼ਾਂ ਜਿਹੜੀਆਂ ਉਹ ਦੇਣਗੇ, ਤਾਂ ਹੀ ਤੁਹਾਡੇ ਜਿਹੜੇ ਪਰਿਵਾਰ ਦਾ ਸੁਰੱਖਿਅਤ ਰਹਿ ਸਕਣਗੇ, ਤਾਂ ਹੀ ਸਾਡਾ ਸਮਾਜ ਸੁਰੱਖਿਅਤ ਰਹਿ ਸਕੂਗਾ। ਜ਼ਹਿਰ ਮੁਕਤ ਚੀਜ਼ਾਂ ਬਣਾਉਣ ਦੇ ਲਈ ਉਹਨਾਂ ਲੋਕਾਂ ਨੂੰ ਅਪੀਲ ਹੈ ਇਸ ਚੈਨਲ ਦੇ ਮਾਧਿਅਮ ਤੋਂ ਕਿ ਵੀ ਜ਼ਹਿਰ ਮੁਕਤ ਚੀਜ਼ਾਂ ਬਣਾਓ, ਜ਼ਹਿਰ ਯੁਕਤ ਚੀਜ਼ਾਂ ਨਾ ਬਣਾਓ। ਬਸ ਇਹੀ ਗੁਜ਼ਾਰਿਸ਼ ਹੈ ਜੀ। ਚਲੋ ਕਮਰ ਮੰਜ਼ਲ ਜੀ, ਗੱਲ ਹੁਣ ਇਹ ਹੈ ਕਿ ਇਹ ਜਿਹੜਾ ਮਸਲਾ ਆ ਵੱਡਾ ਬਣਿਆ ਹੋਇਆ, ਕਿਉਂਕਿ ਅੱਜ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕਿਸਾਨ ਜਿਹੜਾ ਆ ਉਹ ਹਮਲਾਵਰ ਹੈ, ਉਹ ਨੁਕਸਾਨ ਕਰ ਰਿਹਾ ਦੂਜਿਆਂ ਦਾ, ਜਾਂ ਖੁਦ ਪੀੜਦਾ ਹੈ। ਕਿਉਂਕਿ ਜਦੋਂ ਉਹਦੇ ਵੱਲੋਂ ਇਦਾਂ ਦੀਆਂ ਕੀਤੀਆਂ ਜਾਂਦੀਆਂ ਕਾਰਵਾਈਆਂ ਨੂੰ ਦੇਖਦੇ ਆ, ਜਿਹਦੇ ਕੋਲ ਜ਼ਮੀਨ ਹੈ ਖੇਤਾਂ ਦੇ ਵਿੱਚ ਜਿਹੜਾ ਕੈਮੀਕਲ ਉਹੀ ਪਾਏਗਾ, ਜੇ ਕੋਈ ਜ਼ਮੀਨ ਹੀ ਨਹੀਂ ਉਹਨੇ ਵਿਚਾਰੇ ਨੇ ਕਿਸੇ ਨੂੰ ਕੈਮੀਕਲ ਪਾ ਕੇ ਕੀ ਦੇਣਾ। ਤੇ ਜਿਹਦੇ ਕੋਲ ਜ਼ਮੀਨ ਹੈ ਉਹ ਕੈਮੀਕਲ ਪਾ ਕੇ ਜਿਹੜੀ ਚੀਜ਼ਾਂ ਵੇਚਦਾ, ਕੈਮੀਕਲ ਵੀ ਮੁੱਲ ਦਾ ਆਉਂਦਾ, ਮਹਿੰਗਾ ਹੀ ਆਉਂਦਾ, ਸਸਤਾ ਨਹੀਂ ਆਉਂਦਾ, ਫ੍ਰੀ ਨਹੀਂ ਆਉਂਦਾ। ਤੇ ਉਹ ਮੁੱਲ ਦਾ ਮਹਿੰਗੇ ਮੁੱਲ ਦਾ ਕੈਮੀਕਲ ਖਰੀਦ ਕੇ ਜਦੋਂ ਖੇਤਾਂ 'ਚ ਪਾਏਗਾ ਤੇ ਉਹਦੇ ਨਾਲ ਇੱਕ ਤਾਂ ਜ਼ਹਿਰ ਜਾਏਗੀ, ਜਿਵੇਂ ਤੁਸੀਂ ਕਿ ਗੁਰੂ ਘਰ ਵੀ ਦਸਵੰਧ ਦਿੰਦਾ ਤਾਂ ਵੀ ਜ਼ਹਿਰ ਜਾਂਦਾ, ਤੇ ਆਮ ਮਨੁੱਖੀ ਸਿਹਤ ਲਈ ਵੀ ਦਿੰਦਾ, ਉੱਥੇ ਜ਼ਹਿਰ ਹੀ ਜਾਂਦਾ। ਤੇ ਸਾਰਾ ਕੁਝ ਜ਼ਹਿਰ ਜਾਣ ਤੋਂ ਬਾਅਦ ਤੇ ਕੀ ਲੱਗਦਾ ਕਿ ਜਿਹੜਾ ਉਹਦੇ ਘਰ ਪੈਸਾ ਆ ਵੀ ਜਾਂਦਾ, ਉਹ ਪੈਸਾ ਜਿਹੜਾ ਜ਼ਿਆਦਾ ਬਿਮਾਰੀਆਂ ਤੇ ਲੱਗ ਰਿਹਾ। ਪਿੰਡਾਂ ਵਿੱਚ ਚੱਲ ਜਾਓ, ਪਿੰਡਾਂ ਦੇ ਪਿੰਡ ਭਰੇ ਪਏ ਕੈਂਸਰ ਨਾਲ ਵੀ ਤੇ ਹੋਰ ਬਿਮਾਰੀਆਂ ਨਾਲ। ਜੇ ਕਿਸੇ ਥਾਂ ਤੇ ਬਿਮਾਰੀਆਂ ਨਹੀਂ ਵੀ ਨੇ, ਉਹਨਾਂ ਲੋਕਾਂ ਦੇ ਜਿਹੜੇ ਖਰਚੇ ਨੇ ਉਹ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਬਚਦੇ ਹੋਣ, ਤਾਂ ਹੀ ਕਿਸਾਨ ਜਿਹੜਾ ਮਹਿੰਗੇ ਟਰੈਕਟਰ ਤੇ ਮਹਿੰਗੀਆਂ ਐਂਡੇਵਰ ਗੱਡੀਆਂ ਵੀ ਲੈ ਲੈਂਦਾ
ਉਹ ਗੱਡੀਆਂ ਜਿਹੜੀਆਂ ਜ਼ਿਆਦਾ ਤੇਲ ਫੂਕਦੀਆਂ ਹੋਣ ਤੇ ਜ਼ਿਆਦਾ ਟੌਰ ਟੱਪੇ ਵਾਲੀਆਂ ਹੋਣ ਤੇ ਫੈਸ਼ਨ ਜੀਪਾਂ ਦੇ ਤੇ ਹੋਰਾਂ ਦੇ ਉਹ ਵੀ ਜਿਹੜੇ ਆ ਸੂਤ ਨਹੀਂ ਆਉਂਦੇ, ਵੱਡੇ ਵੱਡੇ ਡੀਜੇ ਲੱਗੇ, ਆਪਾਂ ਇਹਦੀ ਵੀ ਗੱਲ ਕਰ ਚੁੱਕੇ ਹਾਂ। ਪਰ ਇਸ ਤੋਂ ਬਾਅਦ ਅਗਰ ਦੇਖਦੇ ਹਾਂ ਅਖੀਰ ਨੂੰ ਜਿਹੜਾ ਕਿਸਾਨ ਵਰਗ ਆ ਉਹ ਵੀ ਆਪਣੀ ਔਲਾਦ ਨੂੰ ਜਿਹੜਾ ਉਹ ਵਿਦੇਸ਼ਾਂ 'ਚ ਸੈਟਲ ਕਰੀ ਜਾ ਰਿਹਾ ਤੇ ਉਹਦੇ ਵਾਸਤੇ ਇੱਕ ਲੈਵਲ ਤੇ ਜਾ ਕੇ ਜ਼ਮੀਨ ਵੀ ਵੇਚ ਦਿੰਦਾ, ਉਹ ਤਾਂ ਸੈੱਟ ਹੋ ਗਿਆ। ਆਪਣੇ ਮੈਨੂੰ ਲੱਗਦਾ ਕਿ ਉਹਨੇ ਤਾਂ ਆਪਣੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਉਹਨੂੰ ਤਾਂ ਬਾਹਰ ਕੱਢ ਦਿੱਤਾ, ਕਿਉਂਕਿ ਉਹਨੂੰ ਪਤਾ ਕਿ ਇੱਥੇ ਉਹਨੇ ਜ਼ਹਿਰ ਪਾਈ ਹੋਈ ਹੈ ਤੇ ਹੁਣ ਇੱਥੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਹੈ ਨਹੀਂ। ਪਰ ਕੀ ਇਹ ਜਿਹੜਾ ਇੱਕ ਪਾਸੇ ਪੀੜ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਜਿਹੜੀ ਇਸ ਤਰੀਕੇ ਨਾਲ ਮਨਮਰਜ਼ੀ ਕਰਨੀ ਖੁੱਲ੍ਹ ਦਿੱਤੀ ਜਾ ਰਹੀ ਹੈ, ਇਹਨਾਂ ਦੋਨਾਂ ਦੇ ਵਿਚਾਲੇ ਤਾਲਮੇਲ ਕਿਵੇਂ ਬੈਠੇ? ਜਿਹੜਾ ਕਿਸਾਨ ਹੈ ਆਉਣ ਵਾਲੇ ਸਮੇਂ ਵਿੱਚ ਭਿਖਾਰੀ ਸਾਬਤ ਹੋਏਗਾ ਜਾਂ ਰਾਜਾ ਸਾਬਤ ਹੋਏਗਾ ਜਾਂ ਦਾਤਾ ਸਾਬਤ ਹੋਏਗਾ ਜਾਂ ਮੰਗਤਾ ਸਾਬਤ ਹੋਏਗਾ? ਗੱਲ ਕਿੱਧਰ ਨੂੰ ਜਾਂਦੀ ਲੱਗਦੀ ਹੈ? ਸੰਧੂ ਸਾਹਿਬ, ਇਹਦੇ 'ਚ ਨਾ ਸਿੱਧਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਕਿਸਾਨਾਂ ਵਾਸਤੇ ਇੱਕ ਵਧੀਆ ਪਲੇਟਫਾਰਮ ਲੈ ਕੇ ਆਉਣ ਜਿਹਦੇ ਵਿੱਚ ਉਹਨਾਂ ਦੀ ਲਾਹੇਵੰਦੀ ਕਿਸਾਨੀ ਬਣੇ ਔਰ ਨਵੇਕਲੀਆਂ ਚੀਜ਼ਾਂ ਦੇ ਉੱਤੇ ਐਕਸਪੈਰੀਮੈਂਟ ਕਰਨ, ਤਾਂ ਕਿ ਕਿਸਾਨ ਇੰਟਰਨੈਸ਼ਨਲ ਮਾਰਕੀਟ ਨਾਲ ਜੁੜ ਕੇ ਅੱਜ ਦੀ ਤਰੀਕ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਕਨਸੈਪਟ ਨੇ। ਮੈਂ ਇੱਕ ਦੋ ਮੇਰੇ ਦੋਸਤ ਨੇ ਜਿਹੜੇ ਚੰਡੀਗੜ੍ਹ ਦੇ ਨਜ਼ਦੀਕ ਛੋਟੇ ਛੋਟੇ ਫਾਰਮ ਹਾਊਸ 2-2, 3-3, 4-4 ਕਿੱਲਿਆਂ ਦੇ ਫਾਰਮ ਹਾਊਸ ਨੇ, ਉਹ ਗੁਲਾਬ ਦੀ ਖੇਤੀ ਕਰਦੇ ਨੇ ਸੰਧੂ ਸਾਹਿਬ। ਉਹ ਸਾਲ ਦਾ 5-5 ਲੱਖ ਰੁਪਇਆ 2 ਕਿੱਲੇ ਦੇ ਵਿੱਚੋਂ ਕਮਾਈ ਉਹਨਾਂ ਦੀ ਉਸ ਫੁੱਲਾਂ ਦੀ ਖੇਤੀ ਚੋਂ ਕਰਦੇ ਨੇ। ਇਹ ਮੈਂ ਕਿ ਐਜ਼ ਏ ਐਗਜ਼ਾਮਪਲ ਡਿਸਕਸ਼ਨ ਕਰ ਰਿਹਾ ਤੁਹਾਡੇ ਨਾਲ। ਸਰਕਾਰਾਂ ਕੋਈ ਇਹੋ ਜਿਹਾ ਪਲੇਟਫਾਰਮ ਬਣਾਉਣ ਵੀ ਕਿਸਾਨ ਨੂੰ ਵਧੀਆ ਤੋਂ ਵਧੀਆ ਜਿਹੜਾ ਇਨਸਾਨੀਅਤ ਦੀ ਭਲਾਈ ਵਾਸਤੇ ਜਿਹੜੇ ਕੰਮ ਨੇ, ਜਿਵੇਂ ਕਿ ਜ਼ਹਿਰ ਤੋਂ ਬਚਾਉਣ ਵਾਸਤੇ ਲੋਕਾਂ ਨੂੰ ਵੀ ਬਚਾਉਣ ਔਰ ਕਿਸਾਨਾਂ ਨੂੰ ਵੀ ਬਚਾਉਣ, ਇਹ ਦੋਵਾਂ ਨੂੰ ਮਾਰ ਪੈ ਰਹੀ ਆ। ਮੈਂ ਸੰਧੂ ਸਾਹਿਬ ਇੱਕ ਫੇਸਬੁੱਕ ਤੇ ਦੇਖ ਰਿਹਾ ਸੀਗਾ, ਇੱਕ ਏਰੀਆ ਫਿਰੋਜ਼ਪੁਰ ਕੇ ਪਤਾ ਨਹੀਂ ਕਿਹੜੇ ਜ਼ਿਲ੍ਹੇ ਦੇ ਵਿੱਚ ਇੱਕ ਏਰੀਆ ਵਾ ਪਾਰਟੀਕੂਲਰ, ਜਿਹਨੂੰ ਪ੍ਰੋਪਰ ਵਾੜ ਲਾ ਕੇ ਉਹਨਾਂ ਨੇ ਬੰਦ ਕੀਤਾ ਹੋਇਆ ਉਸ ਜ਼ਮੀਨ ਨੂੰ। ਕਹਿੰਦੇ ਵੀ ਜੇ ਪੰਛੀ ਵੀ ਉਹਦੇ ਵਿੱਚ ਜਾ ਕੇ ਕੁਝ ਚੁਗ ਲੈਂਦਾ ਤੇ ਪੰਛੀ ਦੀ ਮੌਤ ਹੋ ਜਾਂਦੀ ਆ। ਤੁਸੀਂ ਇਹ ਲੈਵਲ ਚੈੱਕ ਕਰ ਲਓ ਵੀ ਜ਼ਹਿਰ ਕਿਸ ਲੈਵਲ ਤੱਕ ਧਰਤੀ ਦੇ ਵਿੱਚ ਅਸੀਂ ਭੇਜ ਚੁੱਕੇ ਆ। ਫਿਰ ਅਲਟੀਮੇਟਲੀ ਧਰਤੀ ਦੇ ਥੱਲੇ ਅਸੀਂ ਪਾਣੀ ਕੱਢ ਕੇ ਪੀਂਦੇ ਆ ਤੇ ਪਾਣੀ ਵੀ ਤੇ ਜ਼ਹਿਰੀਲਾ ਹੀ ਹੋ ਰਿਹਾ। ਅਲਟੀਮੇਟਲੀ ਇਹ ਇੱਕ ਇਨਸਾਨੀਅਤ ਦੇ ਖਿਲਾਫ ਲੜਾਈ ਆ ਜਿਹੜੀ ਕਿਸਾਨ ਸਾਡੇ ਵੀਰ ਜ਼ਹਿਰ ਜਿਹੜਾ ਧਰਤੀ 'ਚ ਬੀਜ ਰਹੇ ਨੇ। ਮੇਰੀ ਹੱਥ ਜੋੜ ਕੇ ਬੇਨਤੀ ਆ ਕਿਸਾਨ ਭਰਾਵੋ, ਇਹ ਪਾਪਾਂ ਦੇ ਭਾਗੀਦਾਰ ਨਾ ਬਣੋ। 2 ਪੈਸੇ ਘੱਟ ਕਮਾਣੇ ਚੰਗੇ ਨੇ, ਕੱਲ ਨੂੰ ਇਹ ਸਾਰਾ ਕੁਝ ਇੱਥੇ ਹੀ ਨਿਕਲ ਜਾਣਾ। ਉਹ ਮੈਂ ਹੁਣੇ ਪਹਿਲਾਂ ਐਗਜ਼ਾਮਪਲ ਦਿੱਤੀ, ਬੋਇਆ ਪੇੜ ਬਬੂਲ ਕਾ ਤੋਂ ਆਮ ਕਹਾਂ ਸੇ ਹੋਏ। ਜੋ ਹੀ ਬੀਜ ਦੇਣਾ ਨਾ ਉਹੀ ਅਸੀਂ ਵੱਢ ਲੈਣਾ ਵਾ। ਅੱਜ ਨਹੀਂ ਇਸ ਗੱਲ ਦਾ ਤੁਹਾਨੂੰ ਖਮਿਆਜਾ ਸਾਹਮਣੇ ਆਏਗਾ ਤੇ ਦੂਸਰੇ ਰੂਪ 'ਚ ਅਸੀਂ ਦੇਖਦੇ ਹਾਂ ਕਿ ਅੱਜ ਸਾਡੇ ਕਿਸਾਨਾਂ ਦੇ ਬੱਚੇ ਬਹੁਤ ਵੱਡੇ ਲੈਵਲ ਤੇ ਨਸ਼ਿਆਂ ਦੀ ਗਲਤਾਨ 'ਚ ਫਸ ਚੁੱਕੇ ਨੇ। ਇਹ ਵੀ ਇੱਕ ਸੋਚਣ ਦਾ ਵਿਸ਼ਾ ਵੀ ਭਾਈ ਜੇ ਅਸੀਂ ਜ਼ਹਿਰ ਪਰੋਸਦੇ ਹਾਂ ਤੇ ਜ਼ਹਿਰ ਸਾਡੇ ਘਰਾਂ 'ਚ ਆਣ ਵੜਿਆ। ਤੇ ਇਹ ਮੇਰੀ ਇਹ ਬੇਨਤੀ ਆ ਕਿ ਇਸ ਚੀਜ਼ ਤੋਂ ਬਚਣ ਦੀ ਲੋੜ ਆ। ਤੇ ਸਭ ਤੋਂ ਵੱਡਾ ਰੋਲ ਇਹਦੇ 'ਚ ਸਰਕਾਰਾਂ ਦਾ ਹੀ ਆ। ਪੰਜਾਬ ਸਰਕਾਰ ਇਹਦੇ ਤੇ ਕੋਈ ਇਸ ਤਰ੍ਹਾਂ ਦਾ ਐਟਮੋਸਫੇਅਰ ਤਿਆਰ ਕਰੇ ਜਿਹਦੇ 'ਚ ਕਿਸਾਨ ਨੂੰ ਇੰਸ਼ੋਰੈਂਸ ਮਿਲੇ, ਕਿਸਾਨ ਨੂੰ ਭਰੋਸਾ ਹੋ ਜਾਵੇ ਕਿ ਮੈਂ ਘਾਟੇ 'ਚ ਨਹੀਂ ਜਾਵਾਂਗਾ। ਤੇ ਸਰਕਾਰ ਉਹਨਾਂ ਦੇ ਵਿੱਚ ਇੱਕ ਪੁਲ ਦਾ ਕੰਮ ਕਰਕੇ ਉਹਨਾਂ ਨੂੰ ਇਸ ਜ਼ਹਿਰ ਬੀਜਣ ਦੇ ਸਿਸਟਮ 'ਚੋਂ ਬਾਹਰ ਕੱਢ ਸਕਦੀ ਆ। ਈਵਨ ਨਹੀਂ ਤੇ ਇੱਕ ਭੇਡ ਚਾਲ ਬਣੀ ਆ, ਸਾਰੇ ਉਸ ਭੇਡ ਚਾਲ ਦੇ ਵਿੱਚ ਉਲਝੇ ਹੋਏ ਨੇ ਤੇ ਅਸੀਂ ਆਪਣੀ ਜਿਹੜੀ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਆ ਉਹਦੇ ਨਾਲ ਵੈਰ ਲੈ ਰਹੇ ਆ। ਤੇ ਇੱਕ ਇਤਿਹਾਸ ਗਵਾਹ ਜਿੰਨੇ ਵੀ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਦੇ ਅਗੇਂਸਟ ਕੁਝ ਕੀਤਾ ਵਾ ਉਹਨੂੰ ਖਮਿਆਜੇ ਭੁਗਤਣੇ ਹੀ ਪਏ ਆ। ਵੈਸੇ ਮਜਨ ਸਾਹਿਬ, ਤੁਸੀਂ ਗੱਲ ਕਹੀ ਹੈ ਕਿ ਸਰਕਾਰਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿ ਕਿਸਾਨ ਨੂੰ ਇਹ ਸੰਤੁਸ਼ਟੀ ਹੋ ਜਾਏ ਕਿ ਉਹਨੂੰ ਘਾਟਾ ਨਹੀਂ ਪੈਂਦਾ। ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਕਿਸਾਨ ਹਮੇਸ਼ਾ ਘਾਟੇ 'ਚ ਜਾ ਰਿਹਾ? ਉਹ ਜਿਹੜੀ ਉਹਦੇ ਕੋਲ ਅੱਜ ਚੀਜ਼ ਹੈ ਉਹ ਲਗਾਤਾਰ ਉਹਦੇ ਕੋਲ ਖੁੱਸਦੀ ਜਾ ਰਹੀ, ਵਿਕਦੀ ਜਾ ਰਹੀ ਤੇ ਉਹਦੇ ਪੱਲੇ ਜਿਹੜਾ ਕੁਝ ਨਹੀਂ ਪੈ ਰਿਹਾ। ਜਾਂ ਇਦਾਂ ਦਾ ਜਿਹੜਾ ਕਹਿੰਦੇ ਆਪਾਂ ਕਿਸਾਨ ਕਹਿੰਦੇ ਜੀ ਆਤਮ ਹੱਤਿਆ ਕਰ ਰਿਹਾ, ਆਤਮ ਹੱਤਿਆ ਕਰਨ ਵਾਲੇ ਕਿਸਾਨ ਪੰਜਾਬ ਦੇ ਵਿੱਚ ਤਾਂ ਨਹੀਂ ਹੈ। ਜੇ ਕਿਸੇ ਜ਼ਿਲ੍ਹੇ 'ਚ 2 ਜਾਂ 4 ਹੋਣਗੇ, ਉਹਨਾਂ ਦੀ ਆਤਮ ਹੱਤਿਆ ਦੇ ਕਾਰਨ ਵੀ ਕਿਸੇ ਥਾਂ ਤੇ ਹੋਰ ਨਜ਼ਰ ਆਉਂਦੇ ਨੇ। ਇਹ ਕਾਰਨ ਕਦੇ ਨਜ਼ਰ ਨਹੀਂ ਆਉਂਦਾ ਕਿ ਉਹਨੂੰ ਜ਼ਮੀਨ ਦੇ ਵਿੱਚੋਂ ਲਗਾਤਾਰ ਘਾਟਾ ਪੈਂਦਾ ਗਿਆ ਤੇ ਉਹਨਾਂ ਕੋਈ ਪੈਸਾ ਕੱਢਿਆ ਵੀ ਨਹੀਂ ਹੈ, ਉਹਨੂੰ ਤਾਂ ਵੀ ਘਾਟਾ ਪੈ ਗਿਆ। ਕੀ ਇਹ ਜਿਹੜੀ ਤੁਹਾਡੀ ਧਾਰਨਾ ਤੁਸੀਂ ਇਹ ਦੱਸ ਰਹੇ ਹੋ, ਜਿਹੜੀ ਆਮ ਕਿਸਾਨਾਂ ਦੀ ਧਾਰਨਾ ਪ੍ਰਚਾਰੀ ਜਾ ਰਹੀ ਹੈ, ਕੀ ਉਹਦੇ ਨਾਲ ਤੁਸੀਂ ਸਹਿਮਤ ਹੋ ਕਿ ਸੱਚਮੁੱਚ ਕਿਸਾਨ ਜਿਹੜਾ ਉਹ ਖੇਤੀਬਾੜੀ ਜਿਹੜਾ ਲਾਹੇਵੰਦ ਸੌਦਾ ਹੈ ਹੀ ਨਹੀਂ? ਜਾਂ ਜਿਹੜੀ ਤੁਸੀਂ ਇੱਕ ਆਈਡੀਆ ਦਿੱਤਾ ਗੁਲਾਬ ਦੀ ਫੁੱਲਾਂ ਦੀ ਖੇਤੀ ਜਾਂ ਹੋਰ ਖੇਤੀ ਵਿਭਿੰਨਤਾ, ਉਹਦੇ ਵੱਲ ਕਿਸਾਨ ਜਾਣ ਨੂੰ ਤਿਆਰ ਨਹੀਂ? ਕੀ ਇਹ ਛੋਟੀ ਮੰਗਦਾ? ਕਿਹੜੇ ਹੋਰ ਕਾਰੋਬਾਰ ਨੇ ਜਿਨ੍ਹਾਂ ਵਿੱਚ ਸਰਕਾਰ ਇਹ ਛੋਟੀ ਦਿੰਦੀ ਹੈ? ਕੀ ਜੇ ਕੋਈ ਵਿਅਕਤੀ ਇੰਡਸਟਰੀ ਲਾਉਂਦਾ, ਲੋਨ ਚੱਕ ਕੇ ਇੰਡਸਟਰੀਆਂ ਲਾਉਂਦਾ ਤੇ ਉਸ ਇੰਡਸਟਰੀ ਦੇ ਵਿੱਚ ਲੇਬਰ ਵੀ ਦਿੰਦਾ, ਸਭ ਕੁਝ ਚੀਜ਼ਾਂ ਦੇ ਪ੍ਰਬੰਧ ਕਰਦਾ ਤੇ ਉਹ ਸਾਰਾ ਕੁਝ ਸੇਲ ਦਾ ਪ੍ਰਬੰਧ ਵੀ ਆਪ ਕਰਦਾ, ਸਾਰੀ ਚੀਜ਼ ਦਾ ਪ੍ਰਬੰਧ ਆਪ ਕਰਦਾ, ਉਹਨੂੰ ਵੀ ਸਰਕਾਰ ਤੁਹਾਡੀ ਕੋਈ ਛੋਟੀ ਨਹੀਂ ਦਿੰਦੀ ਕੋਈ ਵੀ ਸਰਕਾਰ?
ਕਿ ਜੇ ਤੇਰਾ ਬਿਜ਼ਨਸ ਫੇਲ ਹੋ ਗਿਆ ਤਾਂ ਤੇਰੀ ਪੂਰਤੀ ਅਸੀਂ ਕਰਾਂਗੇ। ਠੀਕ ਆ, ਉਹ ਇੰਸ਼ੋਰੈਂਸ ਜ਼ਰੂਰ ਕਰਾਉਂਦਾ ਆ ਤੇ ਇੰਸ਼ੋਰੈਂਸ ਦੇ ਨਾਲ ਜਿਹੜਾ ਉਹਦੀ ਰਿਕਵਰੀ ਹੁੰਦੀ ਹੈ। ਤੇ ਖੇਤੀਬਾੜੀ ਦੇ ਵਿੱਚ ਸਰਕਾਰਾਂ ਉੱਤੇ ਹੀ ਆਪਾਂ ਜ਼ਿੰਮੇਵਾਰੀ ਜਿਹੜੀ ਹੈ ਉਹ ਕਿਉਂ ਸੁੱਟਣਾ ਚਾਹੁੰਦੇ ਆ? ਸੰਧੂ ਸਾਹਿਬ, ਮੈਂ ਬੇਨਤੀ ਕਰਾਂ, ਦੇਖੋ ਇਹ ਨਾ ਸ਼ੁਰੂ ਤੋਂ ਇੱਕ ਪੰਜਾਬ ਦੀ ਹਿੰਦੁਸਤਾਨ ਦੀ ਇੱਕ ਰਵਾਇਤ ਚੱਲਦੀ ਆਈ ਆ ਕਿ ਸਾਡੀ ਜਿਹੜੀ ਕਿਸਾਨਾਂ ਦੀ ਜਿਣਸ ਹੈ ਸਾਰੀਆਂ ਸਰਕਾਰਾਂ ਹੀ ਖਰੀਦ ਕਰਦੀਆਂ ਰਹੀਆਂ ਨੇ, ਸਰਕਾਰੀ ਏਜੰਸੀਆਂ ਖਰੀਦੀਆਂ ਰਹੀਆਂ ਤੇ ਇਹਨਾਂ ਦਾ ਸਰਕਾਰ ਨਾਲ ਹੀ ਸਿੱਧਾ ਰਾਬਤਾ ਰਿਹਾ ਵਾ। ਤੇ ਦੇਖੋ ਜਿਹੜੀ ਅਸੀਂ ਖੁਦਕੁਸ਼ੀਆਂ ਦੀ ਗੱਲ ਕਰ ਰਹੇ ਸੀ, ਖੁਦਕੁਸ਼ੀਆਂ ਜਿਹੜੀਆਂ ਕਿਸਾਨ ਔਨ ਐਵਰੇਜ ਜਿਹੜੀ ਸਾਡੀ ਪੰਜਾਬ ਦੀ ਆ ਉਹ 200 ਤੋਂ ਲੈ ਕੇ 250 ਕਿਸਾਨ ਖੁਦਕੁਸ਼ੀ ਕਰ ਜਾਂਦਾ ਵਾ, ਜੋ ਸਰਕਾਰੀ ਅੰਕੜੇ ਕਹਿੰਦੇ ਨੇ। ਬਟ ਉਹ ਕਿਸਾਨ ਕਿਹੜਾ ਵਾ ਜਿਹੜਾ ਵਿਚਾਰਾ ਕਰਜ਼ੇ ਚੁੱਕ ਕੇ ਬੱਚਿਆਂ ਦੇ ਵਿਆਹ ਕਰ ਲੈਂਦਾ ਵਾ, ਮੁੜ ਕੇ ਉਹਨਾਂ ਕਰਜ਼ਿਆਂ ਦੀ ਭਰਪਾਈ ਨਹੀਂ ਕਰ ਪਾਉਂਦਾ ਤੇ ਦੁਖੀ ਹੋ ਕੇ ਉਹ ਕਿਸਾਨ ਜਿਹੜਾ ਆ। ਇਹ ਦੋ ਤਰ੍ਹਾਂ ਦੇ ਚੈਪਟਰ ਨੇ। ਜਿਹੜਾ ਇੱਕ ਛੋਟਾ ਕਿਸਾਨ ਹੈ ਉਹ ਮੌਤ ਦੇ ਮੂੰਹ 'ਚ ਜਾ ਰਿਹਾ, ਜਿਹੜਾ ਵੱਡਾ ਕਿਸਾਨ ਹੈ ਉਹ ਛੋਟੇ ਕਿਸਾਨ ਨੂੰ ਮਰਨ ਵਾਸਤੇ ਮਜਬੂਰ ਕਰ ਦਿੰਦਾ ਵਾ। ਜਦੋਂ ਵੱਡਾ ਕਿਸਾਨ ਆਪਣੀਆਂ ਖੁਆਇਸ਼ਾਂ ਪੂਰੀਆਂ ਕਰਦਾ, ਉਹਨਾਂ ਦੇ ਬੱਚੇ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਫਿਰਦੇ ਨੇ, ਵਿਦੇਸ਼ਾਂ ਨੂੰ ਜਾਂਦੇ ਨੇ, ਉਹ ਦੇਖਾ ਦੇਖੀ ਦੇ ਵਿੱਚ ਛੋਟਾ ਕਿਸਾਨ ਵੀ ਵੱਡਾ ਕਦਮ ਚੁੱਕ ਲੈਂਦਾ। ਮੇਰਾ ਇਹ ਮੰਨਣਾ ਜਿਹੜੀ ਜਮਾਨੇ ਸਾਜੀ ਅਸੀਂ ਲੋਕ ਕੀ ਕਹਿਣਗੇ ਇਸ ਸਿਸਟਮ 'ਚੋਂ ਸਾਨੂੰ ਨਿਕਲਣ ਦੀ ਜ਼ਰੂਰਤ ਹੈ। ਟੱਠੇ ਖੂਹ 'ਚ ਪੈਣ ਲੋਕ, ਜੋ ਸਾਡੀ ਪਾਇਆ ਵਾ ਸਾਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ। ਜਦੋਂ ਵੀ ਅਸੀਂ ਉਸ ਤੋਂ ਬਾਹਰ ਜਾਂਦੇ ਆ ਤੇ ਫਿਰ ਅਸੀਂ ਅਲਟੀਮੇਟਲੀ ਮੌਤ ਨੂੰ ਸੱਦਾ ਦੇ ਲੈਂਦੇ ਆ। ਜਦੋਂ ਅਸੀਂ ਕਰਜ਼ੇ ਚੁੱਕ ਕੇ ਬੱਚਿਆਂ ਦੇ ਵਿਆਹ ਕਰ ਦਿੰਦੇ, ਕਰਜ਼ੇ ਚੁੱਕ ਕੇ ਵੱਡੀਆਂ ਵੱਡੀਆਂ ਗੱਡੀਆਂ ਲੈ ਲੈਂਦੇ ਨੇ, ਉਸ ਤੋਂ ਬਾਅਦ ਉਹ ਮੇਨਟੇਨ ਨਹੀਂ ਹੋ ਪਾਉਂਦੀਆਂ ਚੀਜ਼ਾਂ ਤੇ ਫਿਰ ਕਿਸਾਨ ਸੋਚਦਾ ਕਿ ਹੁਣ ਮੇਰੇ ਵਾਸਤੇ ਇੱਕੋ ਰਾਹ ਬਚਿਆ ਉਹ ਖੁਦਕੁਸ਼ੀ ਦਾ। ਤੇ ਇਹ ਤੇ ਗੱਲ ਰਹੀ ਇਸ ਤਰ੍ਹਾਂ ਦੀ। ਇਹ ਦੋ ਤਰ੍ਹਾਂ ਦੇ ਕਿਸਾਨ ਨੇ, ਇੱਕ ਕਿਸਾਨ ਬਹੁਤ ਖੁਸ਼ਹਾਲ ਹੈ ਤੇ ਇੱਕ ਕਿਸਾਨ ਬਿਲਕੁਲ ਖੁਸ਼ਹਾਲ ਨਹੀਂ। ਤੇ ਸਰਕਾਰਾਂ ਨੂੰ ਜਿਹੜਾ ਬਿਲਕੁਲ ਖੁਸ਼ਹਾਲ ਨਹੀਂ ਕਿਸਾਨ ਆ ਉਹਦੀ ਬਾਂਹ ਫੜਨ ਦੀ ਜ਼ਰੂਰਤ ਹੈ। ਜਿਹੜੇ ਖੁਸ਼ਹਾਲ ਨੇ ਉਹਨਾਂ ਨੂੰ ਤੇ ਪਰਵਾਹ ਕਿਸੇ ਗੱਲ ਦੀ ਨਹੀਂ। ਆਪਾਂ ਦੇਖ ਹੀ ਲੈਂਦੇ ਹਾਂ ਵੱਡੀਆਂ ਵੱਡੀਆਂ ਗੱਡੀਆਂ ਦੇ ਵੱਡੇ ਵੱਡੇ ਡੀਜੇ ਲਾ ਕੇ ਤੇ ਜਿਸ ਤਰ੍ਹਾਂ ਉਹ ਗੁੰਡਾਗਰਦੀ ਕਹਿ ਸਕਦੇ ਇਹਨੂੰ ਆਪਾਂ ਵੀ। ਜਦੋਂ ਔਨ ਰੋਡ ਸੜਕਾਂ ਦੇ ਉੱਤੇ ਡੀਜੇ ਚੱਲਦੇ, ਵੱਡੇ ਵੱਡੇ ਗਾਣੇ ਲਾ ਕੇ ਅਸੀਂ ਟਰੈਕਟਰ ਘੁਮਾਉਂਦੇ ਆ ਤੇ ਇਹ ਤੇ ਗੁੰਡਾਗਰਦੀ ਦਾ ਹੀ ਪ੍ਰਦਰਸ਼ਨ ਹੋ ਜਾਂਦਾ ਆ। ਤੇ ਮੇਰਾ ਇਹ ਵਿਚਾਰ ਆ ਕਿ ਕਿਸਾਨਾਂ ਨੂੰ ਇਸ ਲਾਈ ਲੱਗ ਪੁਣੇ ਤੋਂ ਬਚਣ ਦੀ ਜ਼ਰੂਰਤ ਆ ਔਰ ਸਰਕਾਰਾਂ ਨੂੰ ਥੋੜਾ ਧਿਆਨ ਦੇਣ ਦੀ ਜ਼ਰੂਰਤ ਆ। ਧਿਆਨ ਦੇ ਕੇ ਦੇਖੋ, ਜਿਹੜੇ ਫੁੱਲਾਂ ਦੀ ਖੇਤੀ ਕਰਦੇ ਉਹ ਸਰਕਾਰਾਂ ਤੇ ਡਿਪੈਂਡ ਉਹ ਨਹੀਂ ਹੈਗੇ, ਉਹ ਕੋਈ ਫੁੱਲ ਸਰਕਾਰ ਨੂੰ ਨਹੀਂ ਵੇਚਦੇ। ਹੋਰ ਬੜੇ ਤਰ੍ਹਾਂ ਦੀਆਂ ਖੇਤੀਆਂ ਮੋਦੀ ਸਾਹਿਬ ਨੇ ਕੀਤੀ ਸੀ, ਤੁਹਾਡੇ ਮੋਦੀ ਸਾਹਿਬ ਨੇ ਇਹੋ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦੇ ਵਪਾਰ ਨੂੰ ਖੋਲਿਆ ਜਾਵੇ, ਪਰ ਕਿਤੇ ਨਾ ਕਿਤੇ ਸਾਰਾ ਤੁੱਕਾ ਇੱਥੇ ਫਸ ਗਿਆ ਕਿਸਾਨ ਜਥੇਬੰਦੀਆਂ ਦਾ ਕਿ ਸਾਨੂੰ ਭਾਈ ਮਾਰਕੀਟ ਖੁੱਲੀ ਨਹੀਂ ਚਾਹੀਦੀ, ਸਾਡਾ ਕਿਸਾਨ ਤਾਂ ਇਹਦੇ ਸਮਰੱਥ ਹੀ ਨਹੀਂ ਹੈ। ਤੇ ਇਸ ਕਰਕੇ ਤੁਸੀਂ ਕਹਿੰਦੇ ਜੀ ਵਾਪਸ ਲਾਓ ਤੇ ਸਾਡਾ ਸੌਦਾ ਤੁਸੀਂ ਹੀ ਚੱਕੋ, ਚੱਕ ਕੇ ਜਿੱਥੇ ਮਰਜ਼ੀ ਰੱਖੋ, ਸਾਨੂੰ ਮਤਲਬ ਕੋਈ ਨਹੀਂ, ਸਰਕਾਰ ਆਪ ਵੇਚੇ ਬਾਹਰ। ਤੇ ਫਿਰ ਸੰਧੂ ਸਾਹਿਬ ਇਹ ਲਾਮੇ ਵੀ ਕਿਉਂ ਦਿੰਨੇ ਆ? ਜੇ ਅਸੀਂ ਇੱਕ ਵਿਵਸਥਾ, ਮੈਂ ਨਾ ਉਦੋਂ ਵੀ ਵੀਡੀਓ ਬਣਾ ਕੇ ਪਾਈ ਸੀਗੀ ਫੇਸਬੁੱਕ ਤੇ ਵੀ ਭਾਈ ਇੱਕ ਨਵੀਂ ਚੀਜ਼ ਆਈ ਆ, ਉਹਨੂੰ ਵਰਤ ਕੇ ਦੇਖੋ। ਨਹੀਂ ਚੰਗੇ ਲੱਗੇਗੀ ਅੰਦੋਲਨ ਕਰਨ ਦੀ ਕਿਹੜੀ ਗੱਲ ਹੈ, 2 ਸਾਲ ਬਾਅਦ ਕਰ ਲਿਓ। ਕਿਉਂ ਵੀ ਨਹੀਂ ਸਾਨੂੰ ਪਸੰਦ ਵਾਪਸ ਲਓ। ਤੇ ਜੇ ਹੁਣ ਵਾਪਸ ਕਰਾ ਸਕਦੇ ਫਿਰ ਵੀ ਵਾਪਸ ਅਸੀਂ ਕਰਾ ਹੀ ਸਕਦੇ ਹਾਂ, ਕਿਉਂਕਿ ਸਾਰੇ ਬਟ ਅਸੀਂ ਉਸ ਚੀਜ਼ ਨੂੰ ਵਰਤ ਕੇ ਵੀ ਨਹੀਂ ਵੇਖਿਆ, ਉਹਦਾ ਕੋਈ ਮਾਪਦੰਡ ਚੈੱਕ ਨਹੀਂ ਕੀਤੇ। ਉਸ ਤੋਂ ਬਾਅਦ ਇੱਕ ਵਾਰ ਇਹਨਾਂ ਦੀ ਮੀਟਿੰਗ ਹੋਈ, ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਅਮਿਤ ਸ਼ਾਹ ਜੀ ਨੇ ਕਿਹਾ ਸੀ ਕਿ ਤੁਸੀਂ ਚਾਹੁੰਦੇ ਕੀ ਹੋ ਉਹ ਦੱਸੋ, ਮੈਨੂੰ ਡੱਬਾ ਰਹਿਣ ਦਿਓ, ਮਠਿਆਈ ਆਪਣੀ ਮਰਜ਼ੀ ਦੀ ਭਰ ਲਓ, ਦੱਸੋ ਤੁਹਾਨੂੰ ਕੀ ਕੀ ਚਾਹੀਦਾ, ਅਸੀਂ ਸਭ ਕੁਝ ਕਰਨ ਨੂੰ ਤਿਆਰ ਹੈ। ਤੇ ਸਾਡੀਆਂ ਕਿਸਾਨ ਯੂਨੀਅਨਾਂ ਉਦੋਂ ਇੰਨੀਆਂ ਅਸਮਰੱਥ ਸੀ, ਉਹਨਾਂ ਨੂੰ ਇਹ ਨਹੀਂ ਪਤਾ ਅਸੀਂ ਚਾਹੁੰਦੇ ਕੀ ਆ। ਤੇ ਜਦੋਂ ਸਾਨੂੰ ਇਹ ਨਹੀਂ ਪਤਾ ਅਸੀਂ ਚਾਹੁੰਦੇ ਕੀ ਆ ਤੇ ਫਿਰ ਅੰਦੋਲਨ ਕਾਹਦੇ ਨੇ? ਤੇ ਇਹਨਾਂ ਦੇਸ਼ ਦਾ ਪੂਰਾ 1.5 ਸਾਲ 2 ਸਾਲ ਅਸੀਂ ਖਰਾਬ ਕਰ ਦਿੱਤੇ ਤੇ ਸਾਨੂੰ ਇਹ ਨਹੀਂ ਪਤਾ ਅਸੀਂ ਚਾਹੁੰਦੇ ਕੀ ਆ। ਮੇਰਾ ਇਹ ਮੰਨਣਾ ਆ ਕਿ ਇਹ ਕਾਮਰੇਡ ਬਿਰਤੀ ਦੇ ਲੋਕ ਨੇ, ਇਹਨਾਂ ਦਾ ਇੱਕੋ ਹੀ ਧੰਦਾ ਵਾ ਕਿ ਬਸ ਮੁਰਦਾਬਾਦ ਮੁਰਦਾਬਾਦ ਕਰੀ ਜੋ। ਇਹਨਾਂ ਨੂੰ ਚੰਗੇ ਮਾੜੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹਨਾਂ ਦਾ ਕੰਮ ਹੀ ਅੰਦੋਲਨ, ਉਹਨਾਂ ਦਾ ਰੁਜ਼ਗਾਰ ਆ, ਇਹ ਰੋਟੀ ਪਾਣੀ ਆ ਉਹਨਾਂ ਦਾ। ਉਹ ਇਸ ਕੰਮ ਦੇ ਵਿੱਚ ਸਾਡੇ ਵਿਚਾਰੇ ਕਿਸਾਨਾਂ ਨੂੰ ਉਹਨਾਂ ਨੇ ਉਲਝਾ ਕੇ ਰੱਖ ਦਿੱਤਾ ਜੀ। ਇਹ ਤਾਂ ਗੱਲ ਹੋ ਗਈ ਉਲਾਂਭਾ ਦਾ ਤੁਸੀਂ ਦੇਤਾ ਕਾਮਰੇਡਾਂ ਨੂੰ, ਪਰ ਉਹਨਾਂ ਦਾ ਕੀ ਕਰੋਗੇ ਜਿਹੜੇ ਵਿਦੇਸ਼ਾਂ ਦੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ? ਇੱਕ ਪਾਸੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਪੰਜਾਬ ਦਾ ਆਉਣ ਵਾਲਾ ਸਮਾਂ ਬੜਾ ਸੁਨਹਿਰੀ ਹੈ ਤੇ ਅੰਗਰੇਜ਼ ਵੀ ਨੌਕਰੀ ਕਰਨ ਵਾਸਤੇ ਜਿਹੜੀ ਹੈ ਆਉਣਗੇ ਜੀ ਪੰਜਾਬ ਦੇ ਵਿੱਚ। ਤੇ ਕੀ ਲੱਗਦਾ ਕਿ ਜਿੱਦਾਂ ਦਾ ਮਾਹੌਲ ਸਿਰਜਿਆ ਗਿਆ, ਜਿੱਦਾਂ ਦੇ ਕੈਮੀਕਲ ਖਤਰਨਾਕ ਸੀ ਜ਼ਮੀਨ 'ਚ ਪਾ ਲਏ, ਜਿਹੜੇ ਲੋਕੀ ਜਾਣਦੇ ਹੋਏ ਇਹ ਜ਼ਮੀਨਾਂ ਵੇਚ ਕੇ ਬਾਹਰ ਚਲੇ ਗਏ ਜਾਂ ਵਿਦੇਸ਼ ਜਾ ਕੇ ਸੈਟਲ ਹੋ ਗਏ, ਕੀ ਉਹ ਕਿਸੇ ਵੀ ਕੀਮਤ ਉੱਤੇ ਮੁੜ ਕੇ ਜ਼ਹਿਰਾਂ ਮਾਰੀ ਜਿਹੜੀ ਧਰਤੀ ਹੈ ਉਹਦੇ ਉੱਤੇ ਆਉਣਾ ਪਸੰਦ ਕਰਨਗੇ? ਤੇ ਜੇ ਨਹੀਂ ਪਸੰਦ ਕਰਨਗੇ ਤੇ ਉਹ ਜਿਹੜੇ ਇੱਕ ਲੋਕ ਨੇ ਵਿਦੇਸ਼ਾਂ 'ਚ ਬੈਠੇ ਜਿਹੜੇ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਖਾਲਿਸਤਾਨ ਬਣਾਉਣਾ, ਉਹਨਾਂ ਦੀ ਗੱਲ ਕਰਾਂਗੇ। ਤੇ ਕੱਲ 2 ਦਿਨ ਪਹਿਲੇ ਖਬਰ ਇਹ ਵੀ ਚੱਲੀ ਸੀ ਕਿ ਗੁਰਪਤਵੰਤ ਪੰਨੂ ਜਿਹੜੇ ਆ ਉਹਦੀ ਆਖੇ ਰੋਡ ਐਕਸੀਡੈਂਟ 'ਚ ਮਾਰੇ ਗਏ। ਪਰ ਹੁਣ ਉਹਨਾਂ ਦਾ ਇੱਕ ਵੀਡੀਓ ਜਿਹੜਾ ਉਹ ਜਾਰੀ ਹੋ ਗਿਆ, ਜਿਹੜਾ 5 ਜੁਲਾਈ ਨੂੰ ਕਹਿੰਦੇ ਸ਼ਾਇਦ ਰਿਕਾਰਡ ਕੀਤਾ ਗਿਆ।
ਤੇ ਜਾਰੀ ਕਰਕੇ ਉਹਨਾਂ ਨੇ ਫੇਰ ਚੇਤਾਵਨੀਆਂ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ। ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਕੁਝ ਨਹੀਂ ਹੋਇਆ, ਮੈਂ ਤਾਂ ਸਹੀ ਸਲਾਮਤ ਆ। ਪਰ ਦੂਜੇ ਪਾਸੇ ਚਾਹੇ ਪਾਕਿਸਤਾਨ ਦੇ ਵਿੱਚ ਹੈ ਚਾਹੇ ਕੈਨੇਡਾ ਦੇ ਵਿੱਚ ਆ, ਕਈ ਜਿਹੜੇ ਖਾਲਿਸਤਾਨੀ ਮੁਹਿੰਮ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀ ਹੱਤਿਆ ਵੀ ਹੁੰਦੀ ਹੈ। ਤੇ ਨਾਲ ਇੱਕ ਬਿਆਨ ਆਉਂਦਾ ਟਰੂਡੋ ਸਾਹਿਬ ਦਾ, ਪ੍ਰਧਾਨ ਮੰਤਰੀ ਕੈਨੇਡਾ, ਉਹ ਕੀ ਕਹਿੰਦੇ ਆ, ਕਹਿੰਦੇ ਵੀ ਕਿਸੇ ਵੀ ਕੀਮਤ ਉੱਤੇ ਅੱਤਵਾਦੀਆਂ ਦਾ ਸਮਰਥਨ ਅਸੀਂ ਨਹੀਂ ਕਰਾਂਗੇ। ਕਿ ਜਿਹੜਾ ਖਾਲਿਸਤਾਨ ਦੀ ਮੰਗ ਕਰਨਾ, ਇਹ ਲੱਗਦਾ ਕਿ ਹਰ ਇੱਕ ਅੱਤਵਾਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ, ਕਿਉਂਕਿ ਜਦ ਤੱਕ ਕੋਈ ਤੋੜ ਫੋੜ ਦੀਆਂ ਹੋਰ ਕਾਰਵਾਈਆਂ ਵਿਅਕਤੀ ਨਹੀਂ ਕਰਦਾ ਉਦ ਤੱਕ ਉਹਨੂੰ ਅੱਤਵਾਦੀ ਨਹੀਂ ਸਮਝਿਆ ਜਾ ਸਕਦਾ। ਤੇ ਮੇਰਾ ਖਿਆਲ ਹੈ ਜਿਹੜੀਆਂ ਤੋੜ ਫੋੜ ਦੀਆਂ, ਰੇਲਾਂ ਦੀਆਂ ਪਟੜੀਆਂ ਉਖਾੜਨ ਦੀਆਂ ਕਾਰਵਾਈਆਂ ਭਾਰਤ ਵਿੱਚ ਕਰਨਾ ਚਾਹੁੰਦਾ, ਉਹ ਕੈਨੇਡਾ ਵਾਸਤੇ ਅੱਤਵਾਦੀ ਨਹੀਂ ਆ ਹਲੇ। ਕਿਵੇਂ ਦੇਖਦੇ ਹੋ ਕੈਨੇਡਾ ਦੀ ਇਸ ਬਿਆਨਬਾਜ਼ੀ ਨੂੰ? ਔਰ ਲੱਗਦਾ ਸ਼ਾਇਦ ਪਹਿਲੀ ਵਾਰੀ ਅੱਤਵਾਦ ਦੇ ਮੁੱਦੇ ਉੱਤੇ ਜਿਹੜਾ ਕੈਨੇਡਾ ਉਹ ਵੀ ਬੋਲਿਆ ਆ। ਤੇ ਹਾਲਾਂਕਿ ਉਹਨੇ ਗੱਲ ਇਹ ਕਹੀ ਹੈ ਕਿ ਸਾਡੇ ਇੱਥੇ ਦਾ ਬੋਲਣ ਦੀ ਜਿਹੜੀ ਆਜ਼ਾਦੀ ਹੈ, ਅਸੀਂ ਕੋਈ ਗੱਲ ਕਹਿਣ ਦੀ ਜਿਹੜੀ ਆ ਉਹਦੇ ਤੇ ਪਾਬੰਦੀ ਨਹੀਂ ਲਾਉਂਦੇ। ਕਿਵੇਂ ਦੇਖਦੇ ਕਮਰ ਮੰਜ਼ਲ ਜੀ? ਸੰਧੂ ਸਾਹਿਬ ਦੇਖੋ, ਕੈਨੇਡਾ ਦੇ ਆਪਣੇ ਕਾਨੂੰਨ ਨੇ, ਉੱਥੇ ਕੁਝ ਵੀ ਬੋਲਣ ਦੀ ਆਜ਼ਾਦੀ ਹੈ, ਬਿਲਕੁਲ ਸਹੀ ਗੱਲ ਆ। ਕੋਈ ਜੋ ਮਰਜ਼ੀ ਬੋਲੀ ਜੋ ਕੇਅਰ ਨਹੀਂ ਕਰਦੇ। ਬਟ ਕਿਸੇ ਦੇਸ਼ ਦੇ ਖਿਲਾਫ ਕੋਈ ਸਾਜ਼ਿਸ਼ ਕਰੇ, ਕਿਸੇ ਦੇਸ਼ ਨੂੰ ਕੋਈ ਤੋੜਨ ਦੀ ਗੱਲ ਕਰੇ, ਜਾਂ ਹਿੰਦੁਸਤਾਨ ਦੇ ਖਿਲਾਫ ਉੱਥੇ ਮੂਵਮੈਂਟਸ ਬਣਨ, ਜਾਂ ਸਾਡੇ ਤਿਰੰਗੇ ਦਾ ਅਪਮਾਨ ਉੱਥੇ ਕੀਤਾ ਜਾਵੇ, ਜਾਂ ਸਾਡੇ ਉੱਥੇ ਦੂਤਾਵਾਸ ਦੇ ਉੱਤੇ ਹਮਲਾ ਕੀਤਾ ਜਾਵੇ, ਜਾਂ ਉੱਥੇ ਸਾਡੇ ਜਿਹੜੇ ਐਂਬੈਸਡਰ ਅਧਿਕਾਰੀ ਨੇ ਉਹਨਾਂ ਨੂੰ ਧਮਕੀਆਂ ਭੇਜੀਆਂ ਜਾਣ, ਇਹ ਕਿਸੇ ਰੂਪ ਦੇ ਵਿੱਚ ਵੀ ਕਾਨੂੰਨੀ ਨਹੀਂ ਹੋ ਸਕਦੀਆਂ। ਜਿਸ ਤਰੀਕੇ ਨਾਲ ਸਾਡੇ ਵਿਦੇਸ਼ ਮੰਤਰੀ ਔਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਚੂੜੀ ਕੱਸੀ, ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਵੀ ਸਾਰੇ ਮੁਲਕਾਂ ਦੀ ਚੂੜੀ ਕੱਸ ਦਿੱਤੀ ਆ, ਵੀ ਜਿਹੜਾ ਵੀ ਦੇਸ਼ ਹਿੰਦੁਸਤਾਨ ਦੇ ਖਿਲਾਫ ਮੂਵਮੈਂਟ ਬਣਾਉਣ ਵਾਸਤੇ ਆਪਣੀ ਜਗ੍ਹਾ ਪ੍ਰੋਵਾਈਡ ਕਰੇਗਾ ਜਾਂ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਏਗਾ, ਉਹ ਸਾਡਾ ਦੋਸਤ ਨਹੀਂ ਹੋ ਸਕਦਾ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਹਿੰਦੁਸਤਾਨ, ਵਰਲਡ ਦੀ ਕੋਈ ਵੀ ਐਸੀ ਸ਼ਕਤੀ ਨਹੀਂ ਜਿਹੜੀ ਹਿੰਦੁਸਤਾਨ ਦੇ ਨਾਲ ਦੋਸਤੀ ਨਹੀਂ ਰੱਖਣਾ ਚਾਹੁੰਦੀ। ਤੇ ਮੈਂ ਇਸ ਨਜ਼ਰੀਏ ਨਾਲ ਦੇਖਦਾ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਇਹ ਜਿਹੜਾ ਬਿਆਨ ਦਿੱਤਾ ਵਾ, ਉਹ ਹਿੰਦੁਸਤਾਨ ਨਾਲ ਆਪਣੇ ਸੰਬੰਧ ਠੀਕ ਰੱਖਣ ਵਾਸਤੇ, ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਜੋ ਇਹਦੇ ਤੇ ਐਕਸ਼ਨ ਵੀ ਲੈਣਗੇ, ਜਿਹੜੇ ਵੀ ਲੋਕ ਗਲਤ ਪ੍ਰਵਿਰਤੀ ਦੇ ਜਾਂ ਗਲਤ ਹਰਕਤਾਂ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਐਕਸ਼ਨ ਵੀ ਕੈਨੇਡਾ ਸਰਕਾਰ ਲਏਗੀ। ਆਲਰੇਡੀ ਹਿੰਦੁਸਤਾਨ ਨੇ ਤੇ ਆਪਣਾ ਪੱਖ ਬਿਲਕੁਲ ਡਿਕਲੇਅਰ ਕਰ ਦਿੱਤਾ ਵਾ ਕਿ ਕਿਸੇ ਵੀ ਵੱਖਵਾਦੀ ਵਾਸਤੇ ਇੱਕ ਪੈਸੇ ਦੀ ਵੀ ਕੋਈ ਜਗ੍ਹਾ ਨਹੀਂ ਹੈ। ਤੇ ਜਾਂ ਦੇ ਮੁੱਖ ਧਾਰਾ 'ਚ ਵਾਪਸ ਪਰਤਾਓ ਤੇ ਮਾਫੀ ਮੰਗ ਲਓ, ਤੇ ਜਾਂ ਫਿਰ ਇਹ ਹਿੰਦੁਸਤਾਨ 'ਚ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ ਹੈ। ਮਿੱਤਰੋ ਜੀ, ਐਮਪੀ ਨੇ ਲਿਬਰਲ ਸਰਕਾਰ ਦੇ ਵਿੱਚ ਜਿਹੜੀ ਸੱਤਾਧਾਰੀ ਆ ਚੰਦਰ ਆਰੀਆ, ਉਹਨਾਂ ਨੇ ਵੀ ਜਿਹੜੀ ਹੈ ਖਾਲਿਸਤਾਨੀਆਂ ਨੇ ਉੱਥੇ ਪੋਸਟਰ ਜਾਰੀ ਕਰਕੇ ਭਾਰਤੀ ਅਧਿਕਾਰੀਆਂ ਨੂੰ ਧਮਕਾਇਆ ਸੀਗਾ ਤੇ ਉਹਨਾਂ ਖਾਲਿਸਤਾਨੀਆਂ ਨੂੰ ਫਟਕਾਰ ਪਾਈ ਹੈ। ਉਹਨਾਂ ਕਿਹਾ ਕਿ ਇਹ ਕਿਸੇ ਵੀ ਚੀਜ਼ ਦਾ ਵਿਰੋਧ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ। ਤੇ ਕਹਿੰਦੇ ਉਹ ਬਹੁਤ ਹੇਠਾਂ ਡਿੱਗ ਗਏ ਆ। ਕਹਿੰਦੇ ਇਹ ਜਿਹੜੇ ਸਾਡੇ ਬੈਕਯਾਰਡ ਵਿੱਚ ਪਣਪ ਰਹੇ ਆ, ਸੱਪ ਕਿਹਾ ਉਹਨਾਂ ਨੂੰ, ਕਹਿੰਦੇ ਜੀ ਇਹ ਫੁੰਕਾਰੇ ਮਾਰ ਰਹੇ ਆ, ਕੁਝ ਹੀ ਦੇਰ ਵਿੱਚ ਇਹ ਕਹਿੰਦਾ ਇਹ ਕੱਟਣਾ ਤੇ ਸਾਨੂੰ ਮਾਰਨਾ ਸ਼ੁਰੂ ਕਰ ਦੇਣਗੇ। ਕਿਵੇਂ ਦੇਖਦੇ ਹੋ ਖਾਲਿਸਤਾਨੀਆਂ ਦੀ ਇਸ ਲਹਿਰ ਨੂੰ ਤੇ ਇਸ ਹਾਲਾਤ ਨੂੰ? ਬਿਆਨਬਾਜ਼ੀ ਤਕੜੀ ਹੁੰਦੀ ਜਾ ਰਹੀ ਹੈ ਦਿਨਾਂ ਦਾ। ਦੇਖੋ, ਅਗਰ ਇਹ ਵਿਦੇਸ਼ਾਂ ਦੇ ਵਿੱਚ ਤਕੜੀ ਹੁੰਦੀ ਜਾ ਰਹੀ ਹੈ ਤੇ ਨਾਲ ਦੀ ਨਾਲ ਇਹਨਾਂ ਦੀਆਂ ਜੜ੍ਹਾਂ ਵੀ ਕੱਟੀਆਂ ਜਾ ਰਹੀਆਂ ਨੇ। ਤੁਸੀਂ ਦੇਖਿਆ ਹੋਣਾ ਕਿ ਜਿਹੜੇ ਵੀ ਇਹਨਾਂ ਦੇ ਆਗੂ ਉੱਥੇ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ, ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬੜਾਵਾ ਦੇ ਕੇ ਇੱਥੇ ਦੇ ਨੌਜਵਾਨਾਂ ਨੂੰ ਮਿਸਲੀਡ ਕਰਦੇ ਨੇ, ਮਿਸਗਾਈਡ ਕਰਦੇ ਨੇ। ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ, ਜਾਂ ਤਾਂ ਕੁਦਰਤ ਜਾਂ ਫਿਰ ਸਰਕਾਰਾਂ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਹੈ ਉਹਨਾਂ ਨੂੰ ਹੱਲ ਪਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਹੁਣ ਇਹ ਜਿਹੜੀ ਦੋ ਗੱਲਾਂ ਉੱਠੀਆਂ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉੱਥੇ ਇੱਕ ਰੈਲੀ ਕੀਤੀ ਗਈ ਛੋਟੇ ਪੱਧਰ ਤੇ, ਔਰ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਲ ਇੰਡੀਆ ਨਾਮ ਦੇ ਉੱਤੇ ਇੱਕ ਵੱਡੀ ਰੈਲੀ ਕਰਨ ਦਾ ਜਿਹੜਾ ਅਨਾਉਂਸਮੈਂਟ ਕੀਤੀ। ਤੇ ਉਸ ਦੇ ਬਾਰੇ ਹੀ ਸਾਡੇ ਵਿਦੇਸ਼ ਮੰਤਰਾਲੇ ਦੇ ਜੈ ਸ਼ੰਕਰ ਜੀ ਨੇ ਉਹਨਾਂ ਨੂੰ ਤਾੜਨਾ ਕੀਤੀ ਸੀਗੀ ਕਿ ਵੀ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈ ਰੋਕ ਲਗਾਓ, ਨਹੀਂ ਤਾਂ ਫਿਰ ਸਾਡੇ ਤੁਹਾਡੇ ਜਿਹੜੇ ਸੰਬੰਧ ਹੈ ਉਹ ਖਰਾਬ ਹੋਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ। ਤੇ ਉਸੇ ਦੇ ਉੱਤੇ ਉਹਦੇ ਦੇ ਪ੍ਰਧਾਨ ਮੰਤਰੀ ਨੇ ਇਹ ਬਿਆਨ ਦਿੱਤਾ ਹੈ ਕਿ ਆਤੰਕਵਾਦ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਕਿਸੇ ਵੀ ਤਰੀਕੇ ਨਾਲ ਵਧਣ ਦੇ ਲਈ ਜਾਂ ਪਨਪਣ ਦੇ ਲਈ ਅਸੀਂ ਕਿਸੇ ਵੀ ਤਰ੍ਹਾਂ ਇਜਾਜ਼ਤ ਨਹੀਂ ਦੇਵਾਂਗੇ।
ਕਿ ਉੱਥੇ ਦੇ ਜਿਹੜੇ ਐਮਪੀ ਹੈ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਜਿਹੜੀ ਇੱਕ ਖਾਲਿਸਤਾਨੀ ਵਿਚਾਰਧਾਰਾ ਉੱਥੇ ਵੱਧ ਰਹੀ ਹੈ, ਉਹ ਲੱਗ ਰਿਹਾ ਕਿ ਵੀ ਅੱਜ ਸੜਕਾਂ ਤੋਂ ਦੂਤਾਵਾਸ ਤੱਕ ਪਹੁੰਚੀ ਹੈ, ਦੂਤਾਵਾਸ ਤੋਂ ਲੈ ਕੇ ਇਹ ਲੋਕਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਆ, ਕਿਲ ਇੰਡੀਆ ਨਾਮ ਦੀ ਰੈਲੀ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਸ ਕਰਕੇ ਉਹਨਾਂ ਨੇ ਇਸ ਨੂੰ ਕਿਹਾ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਕੀਮਤ ਦੇ ਉੱਤੇ ਕੈਨੇਡਾ ਦੀ ਧਰਤੀ ਦੇ ਉੱਤੇ ਅਸੀਂ ਜਿਹੜਾ ਹੈ ਇਸ ਮੁਹਿੰਮ ਨੂੰ ਅੱਗੇ ਵਧਣ ਦੀ ਜਾਂ ਕੋਈ ਵੀ ਇੰਡੀਆ ਦੇ ਖਿਲਾਫ ਸਾਜ਼ਿਸ਼ ਕਰਨ ਦੀ ਅਸੀਂ ਇਸ ਧਰਤੀ ਦਾ ਇਸਤੇਮਾਲ ਨਹੀਂ ਹੋਣ ਦੇਵਾਂਗੇ। ਇਹ ਗੱਲ ਉਹਨਾਂ ਨੇ ਕਹੀ ਹੈਗੀ। ਤੇ ਜਿਹੜੀ ਗੱਲ ਜਿਹੜੀ ਪਤਨ ਸਿੰਘ ਪੰਨੂ ਉੱਥੇ ਬੈਠ ਕੇ ਜਿਹੜੀਆਂ ਇਹ ਗੱਲਾਂ ਕਰ ਰਿਹਾ, ਉਹਨੂੰ ਵੀ ਇਹ ਗੱਲ ਦਾ ਡਰ ਪਿਆ ਪਿਛਲੇ ਦਿਨਾਂ ਦੇ ਵਿੱਚ, ਤਾਂ ਹੀ ਉਹ ਬਹੁਤ ਦਿਨਾਂ ਦੇ ਲਈ ਅੰਡਰਗਰਾਉਂਡ ਰਿਹਾ। ਉਸ ਦੇ ਦੌਰਾਨ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ ਕਿ ਉਸ ਦਾ ਰੋਡ ਐਕਸੀਡੈਂਟ ਹੋ ਗਿਆ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਫਿਰ ਉਸਨੇ ਆ ਕੇ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਸਾਹਮਣੇ ਦਿੱਤੀ, ਜਿਹੜੀ ਕਿ ਭਾਰਤ ਦੀ ਦੂਤਾਵਾਸ ਦੇ ਬਾਹਰ ਬਣੀ ਹੋਈ ਸ਼ਾਇਦ ਦੱਸ ਰਹੇ ਨੇ, ਤੇ ਉਹਨੇ ਆਪਣਾ ਆਪ ਇਹ ਦੱਸਤਾ ਕਿ ਵੀ ਮੈਂ ਹਾਲੇ ਜ਼ਿੰਦਾ ਹਾਂ ਤੇ ਇਸ ਕਰਕੇ ਅਸੀਂ ਇਹ ਚੀਜ਼ ਕਰਾਂਗੇ। ਤੇ ਇਸ ਕਰਕੇ ਪਤਵੰਤ ਸਿੰਘ ਪੰਨੂ ਨੂੰ ਵੀ ਹੁਣ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਮੇਰੀ ਜਿਹੜੀਆਂ ਗੱਲਾਂ ਆ ਉਹ ਪੰਜਾਬ ਦੇ ਪੰਜਾਬੀਆਂ ਨੂੰ ਸਮਝ ਆ ਗਈਆਂ, ਔਰ ਉਹ ਮੇਰੀਆਂ ਗੱਲਾਂ ਤੇ ਹੁਣ ਨਾ ਤਾਂ ਯਕੀਨ ਕਰਦੇ ਆ ਤੇ ਨਾ ਹੀ ਮੇਰੇ ਨਾਲ ਉਹ ਜੁੜਨ ਦੇ ਲਈ ਕੋਈ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਆ। ਇਸ ਕਰਕੇ ਉਹਨੂੰ ਵੀ ਆਪਣਾ ਜਿਹੜਾ ਭਵਿੱਖ ਆਉਣ ਵਾਲੇ ਸਮੇਂ ਦੇ ਵਿੱਚ ਹਨੇਰੇ ਦੇ ਵਿੱਚ ਦਿਖ ਰਿਹਾ। ਬਾਕੀ ਸਰਕਾਰਾਂ ਦੀ ਇਹਨਾਂ ਦੇ ਉੱਤੇ ਪੂਰੀ ਨਜ਼ਰ ਹੈ, ਚਾਹੇ ਉਹ ਕੈਨੇਡਾ ਦੀ ਸਰਕਾਰ ਹੋਵੇ ਜਾਂ ਹਿੰਦੁਸਤਾਨ ਦੀ ਸਰਕਾਰ ਹੋਵੇ, ਇਹਨਾਂ ਦੇ ਉੱਤੇ ਪੂਰੀ ਨਜ਼ਰ ਹੈ। ਤੇ ਪੰਜਾਬੀਆਂ ਨੂੰ ਵੀ ਪਤਾ ਲੱਗ ਗਿਆ ਕਿ ਗੁਰਪਤਵੰਤ ਸਿੰਘ ਪੰਨੂ ਨੇ ਬਾਹਰ ਬੈਠ ਕੇ ਸਾਡੇ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ, ਤੇ ਇਸ ਕਰਕੇ ਪੰਜਾਬੀ ਔਰ ਪੰਜਾਬੀਅਤ ਇਹਨਾਂ ਦੇ ਨਾਲ ਬਿਲਕੁਲ ਕਿਤੇ ਵੀ ਨਹੀਂ ਹੈ, ਤੇ ਨਾ ਹੀ ਸਮੁੱਚਾ ਸਿੱਖ ਸਮਾਜ ਇਹਨਾਂ ਦੇ ਨਾਮ ਦੇ ਨਾਲ ਹੈ ਜਾਂ ਇਹਨਾਂ ਦੇ ਨਾਲ ਹੈ, ਕਿਉਂਕਿ ਕੋਈ ਵੀ ਸੱਚਾ ਸਿੱਖ ਜਿਹੜਾ ਹੈ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਦੇ ਵਿੱਚ ਕਿਤੇ ਵੀ ਸ਼ਾਮਿਲ ਨਹੀਂ ਪਾਇਆ ਜਾਂਦਾ। ਲੋਕ ਹੈ ਜਿਹੜੇ ਇਹਨਾਂ ਕਾਰਗੁਜ਼ਾਰੀਆਂ ਦੇ ਵਿੱਚ ਸ਼ਾਮਿਲ ਹੁੰਦੇ। ਹਾਂਜੀ ਹਾਂਜੀ, ਕਮਲ ਮੰਜ਼ਲ ਜੀ, ਕੱਲ ਸੁਖਬੀਰ ਬਾਦਲ ਹੁਣੀ ਮੀਟਿੰਗ ਕੀਤੀ ਹੈ ਆਪਣੇ ਹਲਕੇ ਇੰਚਾਰਜਾਂ ਦੇ ਨਾਲ ਤੇ ਅਧਿਕਾਰੀਆਂ ਦੇ ਨਾਲ, ਹੋਰਨਾਂ ਦੇ ਨਾਲ। ਉਸ ਵਕਤ ਪੱਤਰਕਾਰਾਂ ਨੇ ਸਵਾਲ ਪੁੱਛਿਆ ਉਹਨਾਂ ਨੂੰ ਕਿ ਬੜੀ ਚਰਚਾ ਚੱਲ ਰਹੀ ਹੈ ਬੀਜੇਪੀ ਨਾਲ ਗੱਠਜੋੜ ਜਿਹੜੀ ਹੈ ਉਹ ਕਦੋਂ ਕਰਨ ਜਾ ਰਿਹਾ, ਹੋਣ ਜਾ ਰਿਹਾ, ਕੀ ਬਣਦਾ। ਤੇ ਅੱਗੇ ਉਹਨਾਂ ਦਾ ਜਵਾਬ ਸੀ, ਕਹਿੰਦੇ ਸਾਡਾ ਗੱਠਜੋੜ ਤਾਂ ਬਸਪਾ ਦੇ ਨਾਲ ਹੈ, ਬੀਜੇਪੀ ਨਾਲ ਗੱਠਜੋੜ ਦਾ ਸਵਾਲ ਕਿੱਥੋਂ ਆ ਗਿਆ। ਤੇ ਦੂਜੇ ਪਾਸੇ ਵਿਜੇ ਰੁਪਾਣੀ ਜਿਹੜੇ ਇੰਚਾਰਜ ਨੇ ਪੰਜਾਬ ਦੇ, ਉਹ ਵੀ ਕੱਲ ਅੰਮ੍ਰਿਤਸਰ ਵਿੱਚ ਸੀ, ਤੁਹਾਡੇ ਉੱਥੇ ਵੀ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕਰਤਾ ਵੀ ਇੱਦਾਂ ਦੀ ਕੋਈ ਗੱਲ ਹੀ ਨਹੀਂ ਹੈ। ਤੇ ਤੀਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਦਾ ਇੱਕ ਬਿਆਨ ਲੱਗਾ ਹੋਇਆ, ਉਹ ਕਹਿੰਦੇ ਸੀ ਗੱਠਜੋੜ ਕਰਨ ਦੀ ਥਾਂ ਦੇ ਉੱਤੇ ਬੀਜੇਪੀ ਵਾਲਿਆਂ ਨੂੰ ਸਿੱਧੇ ਲੋਕਾਂ ਤੱਕ ਪਹੁੰਚਣ ਦੇ ਤੇ ਜਿਹੜੀ ਕੰਮ ਆ ਉਹਦੇ ਤੇ ਕੰਮ ਕਰਨਾ ਚਾਹੀਦਾ। ਤੇ ਦੂਜੇ ਪਾਸੇ ਤੇ ਰਾਜਾ ਬੜੇ ਹੁਣੀ ਜੋੜ ਵਾਲੀ ਗੱਲ ਹੋ ਰਹੀ ਹੈ ਜੀ। ਤੇ ਹੁਣ ਦੂਜੇ ਪਾਸੇ ਇਹ ਵੀ ਚੱਲ ਪਈ ਗੱਲ, ਤੇ ਭਗਵੰਤ ਮਾਨ ਹੁਣੀ ਵੀ ਬੋਲ ਰਹੇ ਆ, ਕਹਿੰਦੇ ਜੀ ਮੈਂ ਤਾਂ ਕੰਮ ਕਰ ਰਿਹਾ, ਕਹਿੰਦਾ ਜੀ ਇਹ ਜਿਹੜੀ ਗੱਠਜੋੜ ਕਰ ਰਹੇ ਨੇ ਦੋਨੇ ਪਾਰਟੀਆਂ, ਇਹ ਆਪਣੀ ਕੁਰਸੀ ਵਾਸਤੇ ਗੱਠਜੋੜ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਤੇ ਜੋ ਮੈਂ ਕਹਿੰਦਾ ਗੰਢ ਸੰਢ ਕਰਦਾ, ਜੋ ਕੁਛ ਮੈਂ ਕੋਸ਼ਿਸ਼ ਕਰ ਰਿਹਾ, ਮੈਂ ਤੁਹਾਡੀ ਕੁਰਸੀ ਵਾਸਤੇ ਕਰ ਰਿਹਾ। ਇਹ ਜਿਨ੍ਹਾਂ ਨੂੰ ਨੌਕਰੀ ਦੇਣੀ ਸੀ ਉਹਨਾਂ ਨੂੰ ਇਹ ਗੱਲ ਕੀਤੀ ਜਾ ਰਹੀ ਹੈ। ਕੀ ਲੱਗਦਾ, ਇਹ ਐਂ ਤਾਂ ਨਹੀਂ ਲੱਗਦਾ ਕਿਤੇ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਗੱਠਜੋੜ ਕਰਵਾਉਣ ਤੇ ਹੀ ਤੁਲੀਆਂ ਹੋਈਆਂ ਨੇ, ਜਾਂ ਉਹਨਾਂ ਨੂੰ ਖਤਰਾ ਹੈ ਇਸ ਗੱਲ ਦਾ ਕਿ ਅਗਰ ਇਹ ਇਕੱਠੇ ਹੋ ਗਏ ਤੇ ਗੱਲ ਕੋਈ ਹੋਰ ਦੀ ਹੋਰ ਬਣ ਸਕਦੀ, ਕਹਾਣੀ ਕੋਈ ਨਵੀਂ ਪੈ ਜਾਊ। ਕਿਵੇਂ ਦੇਖਦੇ ਹੋ? आवाज मेरे तक नहीं आ रही। कमर मंजिल जी आवाज आ रही मेरी? मेरा ख्याल रुक गया बच्चों, कोई दिक्कत आई है। मिंदर जी आवाज आ रही है कमर मंजिल जी दी? ਤੁਹਾਡੀ ਆਵਾਜ਼ ਆ ਰਹੀ ਸੰਧੂ ਸਾਹਿਬ, ਪਰ ਕਮਲ ਮੰਜ਼ਿਲ ਦੀ ਜੀ ਆਵਾਜ਼ ਨਹੀਂ ਆ ਰਹੀ ਜੀ। ਆਵਾਜ਼ ਨਹੀਂ ਆ ਰਹੀ, ਮੇਰਾ ਖਿਆਲ ਹੈ ਉਹਨਾਂ ਨੂੰ ਰੀਜੁਆਇਨ ਜਿਹੜਾ ਉਹ ਕਰਨਾ ਪਏਗਾ। ਤੇ ਉਦੋਂ ਤੱਕ ਮਹਿੰਦਰੂ ਜੀ ਆਪਾਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ। ਤੁਸੀਂ ਦੱਸਿਓ ਜਿਹੜਾ ਕੀ ਲੱਗਦਾ, ਇਹ ਗੱਠਜੋੜ ਦੀ ਚਰਚਾ ਬੜੀ ਚੱਲ ਰਹੀ ਹੈ, ਕਿਵੇਂ ਦੇਖਦੇ ਹੋ? ਆਗੇ ਮੰਜ਼ਿਲ ਸਾਹਿਬ ਜੀ। ਹਾਂਜੀ ਹਾਂਜੀ, ਆਵਾਜ਼ ਆ ਰਹੀ ਸੰਧੂ ਸਾਹਿਬ? ਹਾਂ ਹੁਣ ਆ ਗਈ ਜੀ, ਹੁਣ ਆ ਗਈ ਜੀ। ਹਾਂਜੀ
ਸੰਧੂ ਸਾਹਿਬ, ਰਾਜਨੀਤੀ ਦੇ ਵਿੱਚ ਪਰਿਸਥਿਤੀਆਂ ਹਮੇਸ਼ਾ ਖੁੱਲੀਆਂ ਰਹਿੰਦੀਆਂ ਨੇ, ਪਰ ਅੱਜ ਦੀ ਤਰੀਕ ਦੇ ਵਿੱਚ ਅਕਾਲੀ ਦਲ ਨਾਲ ਗਠਬੰਧਨ ਦੇ ਕੋਈ ਅਸਾਰ ਨਹੀਂ, ਅਜੇ ਕੋਈ ਇਹੋ ਜਿਹੀ ਭੂਮਿਕਾ ਵੀ ਨਹੀਂ ਬਣ ਰਹੀ। ਬਟ ਇਹ ਇੱਕ ਮੀਡੀਆ ਵੱਲੋਂ ਚਲਾਇਆ ਗਿਆ ਸ਼ਗੂਫਾ ਸੀਗਾ ਵੀ ਅੱਜ ਹੋ ਰਿਹਾ, ਕੱਲ ਹੋ ਰਿਹਾ, ਪਰਸੋਂ ਹੋ ਰਿਹਾ। ਚਲੋ ਬਾਕੀ ਇਹ ਸੰਭਾਵਨਾਵਾਂ ਨੂੰ ਅਸੀਂ ਰੱਦ ਨਹੀਂ ਕਰ ਸਕਦੇ, ਕਦੀ ਵੀ ਹੋ ਸਕਦਾ ਜਾਂ ਹੋ ਸਕਦਾ ਨਾ ਵੀ ਹੋਵੇ। ਭਾਰਤੀ ਜਨਤਾ ਪਾਰਟੀ ਨੇ ਆਪਣਾ ਸਟੈਂਡ ਬਿਲਕੁਲ ਕਲੀਅਰ ਕਰ ਦਿੱਤਾ। ਪੰਜਾਬ ਦੇ 117 ਸੀਟਾਂ ਦੇ ਉੱਤੇ ਆਪਣਾ ਸੰਗਠਨ ਮਜ਼ਬੂਤ ਕਰੇਗੀ। ਪਾਰਲੀਮੈਂਟ ਦੀਆਂ 13 ਸੀਟਾਂ ਦੀ ਅਸੀਂ ਤਿਆਰੀ ਕਰ ਰਹੇ ਹਾਂ, ਔਰ ਪ੍ਰਮਾਤਮਾ ਨੇ ਚਾਹਿਆ ਤੇ ਭਾਜਪਾ ਇੱਕ ਵਿਕਲਪ ਦੇ ਰੂਪ ਦੇ ਵਿੱਚ ਨਜ਼ਰ ਆਏਗੀ ਪੰਜਾਬ ਦੇ ਵਿੱਚ। ਔਰ ਮੇਨ ਆਪੋਜੀਸ਼ਨ ਦਾ ਰੋਲ ਵੀ ਕੱਲ ਜਾਖੜ ਸਾਹਿਬ ਨੇ ਇੰਨੀ ਗੱਲ ਕਲੀਅਰ ਕਰ ਦਿੱਤੀ ਆ ਕਿ ਕਾਂਗਰਸ ਆਪਣਾ ਰੋਲ ਅਦਾ ਕਰਨ 'ਚ ਕਾਮਯਾਬ ਨਹੀਂ ਹੋ ਰਹੀ। ਭਾਰਤੀ ਜਨਤਾ ਪਾਰਟੀ ਆਪੋਜੀਸ਼ਨ ਦਾ ਮੇਨ ਰੋਲ ਅਦਾ ਕਰਕੇ ਲੋਕਾਂ ਦੇ ਮੁੱਦੇ ਲੋਕਾਂ ਦੇ ਵਿੱਚੋਂ ਚੁੱਕ ਕੇ ਸਰਕਾਰ ਦੇ ਸਾਹਮਣੇ ਰੱਖੇਗੀ ਔਰ ਉਹਦੇ ਹੱਲ ਕਰਵਾਏਗੀ। ਜਦ ਕਿ ਪੰਜਾਬ ਦੇ ਵਿੱਚ ਸਟਿਲ ਕੀ ਚੱਲ ਰਿਹਾ ਵਾ, ਪੰਜਾਬ ਦੇ ਵਿੱਚ ਇੱਕ ਤਮਾਸ਼ੇ ਚੱਲ ਰਹੇ ਨੇ। ਨਾ ਸਰਕਾਰ ਸੰਜੀਦਾ ਆ, ਨਾ ਹੀ ਆਪੋਜੀਸ਼ਨ ਸੰਜੀਦਾ ਵਾ। ਉਹ ਤਾਨਿਆਂ ਮਿਹਨਿਆਂ ਦੇ ਵਿੱਚ ਹੀ ਸਰਕਾਰਾਂ ਤੇ ਆਪੋਜੀਸ਼ਨ ਉਲਝੀ ਹੋਈ ਆ, ਤੇ ਜਿਹੜਾ ਕਿ ਉਸ ਚੀਜ਼ ਨੂੰ ਬੰਦ ਕਰਦੇ ਹੋਏ ਇੱਕ ਸਾਰਥਕ ਰਾਜਨੀਤੀ ਕਰਦਿਆਂ, ਇੱਕ ਸੁਚਾਰੂ ਰਾਜਨੀਤੀ ਕਰਦਿਆਂ ਜੋ ਲੋਕਾਂ ਦੇ ਮੁੱਦੇ ਨੇ ਉਹ ਸਰਕਾਰ ਦੇ ਸਾਹਮਣੇ ਭਾਜਪਾ ਪੂਰੇ ਪੁਰਜੋਰ ਤਰੀਕੇ ਨਾਲ ਰੱਖੇਗੀ। ਵੈਸੇ ਸੁਣਨ ਵਿੱਚ ਇਹ ਹੈ ਜਿੱਥੇ ਬੀਜੇਪੀ ਨੇ ਪੰਜਾਬ ਦੇ ਪ੍ਰਧਾਨ ਬਦਲੇ ਨੇ ਹੋਰ ਸੂਬਿਆਂ ਦੇ ਨਾਲ, ਉੱਥੇ ਕਹਿੰਦੇ ਕੁਝ ਹੋਰ ਲੋਕ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦੇਣ ਦੀ ਕਵਾਇਦ ਜਿਹੜੀ ਆ ਉਹ ਚੱਲ ਰਹੀ ਹੈ। ਲਗਾਤਾਰ ਕੋਸ਼ਿਸ਼ ਹੋ ਰਹੀ ਆ ਕਿ ਹੋਰ ਜਿਹੜੇ ਚਿਹਰੇ ਨੇ ਉਹਨਾਂ ਨੂੰ ਨੈਟਵਰਕ ਪ੍ਰੋਬਲਮ ਲੱਗ ਰਹੀ ਹੈ ਜੀ। ਕਮਲ ਮੰਦਰ ਜੀ ਆਵਾਜ਼ ਆ ਰਹੀ ਹੈ? ਹਾਂਜੀ ਬਿਲਕੁਲ, ਤੁਹਾਡਾ ਕੱਟ ਆਫ ਹੋ ਗਿਆ ਸੀ। ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਜੀ। ਹਾਂਜੀ ਮੈਂ ਕਿਹਾ ਜੀ ਹੋਰ ਜ਼ਿੰਮੇਵਾਰੀਆਂ ਦੀ ਵੀ ਕੋਈ ਚਰਚਾ ਸੁਣੀ ਹੈ, ਹਿਲਜੁਲ ਹੋ ਰਹੀ ਹੈ। ਕੀ ਖਬਰਸਾਰ ਹੈ? ਕੋਈ ਚੰਗੀ ਖਬਰ ਪੰਜਾਬ ਵਾਸਤੇ ਕੋਈ ਮਿਲਣ ਵਾਲੀਆਂ ਨੇ ਖਬਰਾਂ ਹੋਰ ਵੀ ਬੀਜੇਪੀ ਵੱਲੋਂ? ਕਿਵੇਂ ਦੇਖਦੇ ਹੋ? ਬਿਲਕੁਲ ਸਰ, ਬੀਜੇਪੀ ਬਿਲਕੁਲ ਨਵੇਂ ਤਰੀਕੇ ਨਾਲ ਸੰਗਠਨ ਦੀ ਰੂਪਰੇਖਾ ਤਿਆਰ ਕਰੇਗੀ ਔਰ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ, ਪੰਜਾਬ ਦੇ ਮੌਜੂਦਾ ਪਰਿਸਥਿਤੀਆਂ ਨੂੰ ਦੇਖਦੇ ਹੋਏ ਨਵੇਂ ਲੋਕਾਂ ਨੂੰ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਹਰ ਪੰਜਾਬੀ ਦੇ ਦੁੱਖ ਦਰਦ ਦੀ ਹਾਮੀ ਬਣ ਕਰਕੇ ਚੱਲੇਗੀ ਔਰ ਜੋ ਮੌਕੇ ਦੀ ਨਜ਼ਾਕਤ ਦੇ ਮੁਤਾਬਕ ਜਿਸ ਤਰ੍ਹਾਂ ਦੀ ਜ਼ਰੂਰਤ ਹੋਏਗੀ ਉਸ ਤਰੀਕੇ ਦੇ ਨਾਲ ਕਦਮ ਚੁੱਕੇ ਜਾਣਗੇ ਔਰ ਪੰਜਾਬ ਦੇ ਲੋਕਾਂ ਦੀ ਹਾਨੀ ਕਿਸੇ ਰੂਪ 'ਚ ਵੀ ਨਹੀਂ ਹੋਣ ਦਿੱਤੀ ਜਾਏਗੀ। ਜੀ ਧੰਨਵਾਦ ਜੀ, ਧੰਨਵਾਦ। ਤੁਸੀਂ ਸਾਡੇ ਨਾਲ ਜੁੜ ਕੇ ਤੁਸੀਂ ਕੀਮਤੀ ਜਾਣਕਾਰੀ ਦਿੱਤੀ ਔਰ ਬਚਾਅ ਵਟਾਂਦਰੇ ਦੇ ਵਿੱਚ ਤੁਸੀਂ ਸ਼ਾਮਲ ਹੋਏ। ਦਰਸ਼ਕਾਂ ਦਾ ਵੀ ਹਾਰਦਿਕ ਧੰਨਵਾਦ ਜਿਹੜਾ ਇੰਨਾ ਲੰਬਾ ਸਮਾਂ ਸਾਡੀਆਂ ਗਲਤੀਆਂ ਨੂੰ ਵੀ, ਸਾਡੀਆਂ ਤਕਨੀਕੀ ਖਰਾਬੀਆਂ ਨੂੰ ਵੀ ਜਿਹੜਾ ਅਣਗੌਲਿਆਂ ਕਰਦੇ ਹੋਏ ਫਿਰ ਵੀ ਲਗਾਤਾਰ ਸਾਡੇ ਨਾਲ ਜੁੜੇ ਰਹਿੰਦੇ ਨੇ, ਅਖੀਰ ਤੱਕ ਬਣੇ ਰਹਿੰਦੇ ਨੇ। ਤੇ ਅਸੀਂ ਸਾਰਿਆਂ ਨੂੰ ਬੇਨਤੀ ਜ਼ਰੂਰ ਕਰਦੇ ਜਾਂਦੇ ਕਿ ਸਾਡੇ ਵੀਡੀਓ ਨੂੰ ਸ਼ੇਅਰ ਕਰਨਾ, ਇਹਨੂੰ ਲਾਈਕ ਤੇ ਕਮੈਂਟ ਕਰਨਾ ਬਿਲਕੁਲ ਨਹੀਂ ਭੁੱਲਣਾ। ਬਹੁਤ ਧੰਨਵਾਦ।